ਹੈਲੋ ਫਰੈਂਡਸ ਵੈਲਕਮ ਟੂ ਸਟੱਡੀ ਫੋਰ ਐਲਵਸ। ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਸਟੱਡੀ ਫੋਰ ਐਲਵਸ ਦੇ ਉੱਪਰ। ਠੀਕ ਹੈ ਜੀ, ਸਾਡਾ ਟੌਪਿਕ ਚੱਲ ਰਿਹਾ ਸੀ ਅਲਕੋਹਲਸ, ਫਿਨੋਲਸ ਐਂਡ ਈਥਰਸ, ਜਿਸ ਦੇ ਵਿੱਚ ਅਸੀਂ ਅਲਕੋਹਲ ਫਿਨੋਲ ਆਲਰੇਡੀ ਕੰਪਲੀਟ ਕਰ ਚੁੱਕੇ ਹਾਂ ਅਤੇ ਈਥਰਸ ਜਿਹੜਾ ਟੌਪਿਕ ਸੀਗਾ ਉਹ ਬਾਕੀ ਰਹਿੰਦਾ ਅਤੇ ਅੱਜ ਉਹਨੂੰ ਅਸੀਂ ਕਰਦੇ ਹਾਂ ਕੰਪਲੀਟ। ਓਕੇ ਜੀ, ਅਤੇ ਇੱਕ ਅੱਧਾ ਜੋ ਕੁਐਸਚਨ ਜਿਹੜੇ ਸੀਗੇ ਇਹਦੇ ਰਿਲੇਟਡ ਆਏ ਹੋਏ, ਦੇਖੋ ਅਲਕੋਹਲ ਐਂਡ ਫਿਨੋਲ ਦੇ ਵਿੱਚੋਂ ਕੁਐਸਚਨ ਜੇਕਰ ਗੱਲ ਕਰੀਏ ਪ੍ਰੀਵੀਅਸ ਈਅਰ ਦੀ ਤਾਂ ਘੱਟ ਹੀ ਆਏ ਹੋਏ ਨੇ। ਠੀਕ ਹੈ, ਬਟ ਜੋ ਐਲਡੇਹਾਈਡ ਐਂਡ ਕੀਟੋਨ ਚੈਪਟਰ ਹੈ, ਠੀਕ ਹੈ ਨਾ, ਉਹ ਕਰਨ ਤੋਂ ਪਹਿਲਾਂ ਸਾਨੂੰ ਜੋ ਹੈ ਅਲਕੋਹਲ ਫਿਨੋਲ ਕਰਨਾ ਪੈਂਦਾ ਹੈ। ਠੀਕ ਹੈ, ਡਾਇਰੈਕਟਲੀ ਅਸੀਂ ਜਿਹੜਾ ਹੈ ਅਲਕੋਹਲ ਐਲਡੇਹਾਈਡ ਐਂਡ ਕੀਟੋਨ 'ਤੇ ਨਹੀਂ ਜਾ ਸਕਦੇ, ਇਸ ਕਰਕੇ ਉਹਦੇ ਵਿੱਚੋਂ ਜਿਹੜੇ ਕੁਐਸਚਨਸ ਨੇ ਉਹ ਵੀ ਉਹਦੇ ਵਿੱਚੋਂ ਬਣੇ ਹੋਏ ਨੇ। ਠੀਕ ਹੈ ਨਾ, ਸੋ ਇਸ ਕਰਕੇ ਮੈਂ ਡਾਇਰੈਕਟ ਉਸ ਚੈਪਟਰ ਨੂੰ ਨਹੀਂ ਸੀ ਸਟਾਰਟ ਕਰ ਸਕਦੀ, ਇਸ ਕਰਕੇ ਆਪਾਂ ਅਲਕੋਹਲ ਐਂਡ ਫਿਨੋਲ ਕੀਤਾ ਅਤੇ ਹੁਣ ਜੋ ਹੈ ਐਲਡੇਹਾਈਡ ਕੀਟੋਨ ਜਿਹੜਾ ਹੈ ਉਹ ਈਜ਼ੀਲੀ ਸਾਨੂੰ ਜਿਹੜਾ ਸਮਝ ਆ ਜਾਏਗਾ। ਠੀਕ ਹੈ ਜੀ, ਉਹਦੇ ਵਿੱਚੋਂ ਕੁਐਸਚਨ ਦੀ ਫੋਰਮੇਸ਼ਨ ਜਿਹੜੀ ਹੈਗੀ ਹੈ ਲਾਸਟ ਈਅਰ ਦੇ ਵਿੱਚ ਹੋਈ ਹੈ। ਓਕੇ, ਸੋ ਸਟਾਰਟ ਕਰਦੇ ਹਾਂ। ਟੌਪਿਕ ਜਿਹੜਾ ਅੱਜ ਦਾ ਸਾਡਾ ਦੈਟ ਇਜ਼ ਈਥਰਸ ਬਾਰੇ ਗੱਲ ਕਰਾਂਗੇ। ਸੋ ਲੈਟ ਅਸ ਸਟਾਰਟ ਅ ਟੌਪਿਕ ਦੈਟ ਇਜ਼ ਈਥਰਸ। ਦੇਖੋ ਇਹਦੇ ਈਥਰਸ ਹੁਣ ਹੁੰਦੇ ਕਿਵੇਂ ਦੇ ਹੁੰਦੇ ਆ ਜਾਂ ਕਿੱਦਾਂ ਦਿਖਾਈ ਦਿੰਦੇ ਨੇ ਇਹ ਸਾਨੂੰ। ਈਥਰਸ ਜਿਹੜੇ ਨੇ ਮੋਸਟਲੀ ਟੂ ਟਾਈਪਸ ਦੇ ਆ ਜਾਂਦੇ ਨੇ, ਇੱਕ ਤਾਂ ਹੁੰਦੇ ਨੇ ਐਰੋਮੈਟਿਕ ਈਥਰਸ, ਇੱਕ ਆ ਜਾਂਦੇ ਨੇ ਐਲੀਫੈਟਿਕ ਈਥਰਸ। ਹੁਣ ਮੇਨਲੀ ਜਿਹੜੇ ਐਰੋਮੈਟਿਕ ਆਉਂਦੇ ਨੇ ਉਹਦੇ ਵਿੱਚ ਅਸੀਂ ਐਰੋਮੈਟਿਕ ਰਿੰਗ ਦੀ ਗੱਲ ਕਰਦੇ ਹਾਂ, ਬਟ ਐਲੀਫੈਟਿਕ ਦੇ ਵਿੱਚ ਅਸੀਂ ਲੀਨੀਅਰ ਟਾਈਪ ਦੀ ਗੱਲ ਕਰਦੇ ਹਾਂ, ਜਿੱਦਾਂ ਤੁਸੀਂ ਦੇਖ ਰਹੇ ਹੋ ਦਿਸ ਇਜ਼ ਐਰੋਮੈਟਿਕ। ਓਕੇ, ਇਹਦੇ ਵਿੱਚ ਕੀ ਹੁੰਦਾ ਹੈ, ਦੇਖੋ ਬੈਂਜ਼ੀਨ ਰਿੰਗ ਜਿਹੜੀ ਆ ਲੱਗੀ ਹੋਈ ਹੈ ਅਤੇ ਉੱਪਰ ਕੀ ਹੁੰਦਾ ਸਾਡੇ ਕੋਲ ਕੀ ਲੱਗੇ ਹੁੰਦੇ ਨੇ ਦੈਟ ਇਜ਼ ਈਥਰ ਦੀ ਫੋਰਮੇਸ਼ਨ ਦੇ ਅਕੋਰਡਿੰਗ ਜਿਹੜਾ ਫਾਰਮੂਲਾ ਲੱਗਿਆ ਹੁੰਦਾ ਹੈ। ਐਲੀਫੈਟਿਕ ਈਥਰਸ ਹੁੰਦੇ ਨੇ, ਆ ਤੁਸੀਂ ਦੇਖ ਸਕਦੇ ਹੋ ਇਹ ਐਲੀਫੈਟਿਕ ਈਥਰ ਹੈ। ਇਸ ਦੀ ਪਹਿਚਾਣ ਕਿਵੇਂ ਹੁੰਦੀ ਹੈ, ਦੇਖੋ ਸੈਂਟਰ ਦੇ ਵਿੱਚ O ਹੁੰਦਾ ਹੈ, ਇੱਧਰ ਹੁੰਦਾ ਹੈ R, ਇੱਧਰ ਹੁੰਦਾ ਹੈ R। ਓਕੇ, ਹੋ ਸਕਦਾ ਇਹ ਦੋਨੋਂ R ਜਿਹੜੇ ਨੇ ਸੇਮ ਹੋਣ, ਹੋ ਸਕਦਾ ਇੱਕ R ਕੁਝ ਹੋਰ ਹੋਵੇ ਤੇ ਦੂਸਰਾ ਕੁਝ ਹੋਰ ਹੋਵੇ, ਮੀਨਸ ਇੱਕ ਮਿਥਾਈਲ ਹੋਵੇ ਦੂਸਰਾ ਇਥਾਈਲ ਹੋਵੇ। ਠੀਕ ਹੈ ਨਾ, ਡਿਫਰੈਂਟ ਵੀ ਹੋ ਸਕਦਾ ਹੈ। ਤਾਂ ਮੀਨਸ ਇੱਥੋਂ ਪਤਾ ਲੱਗ ਜਾਂਦਾ ਹੈ ਕਿ ਜਿਹੜੇ ਐਲੀਫੈਟਿਕ ਨੇ ਇਹ ਫਰਦਰ ਦੋ ਤਰ੍ਹਾਂ ਦੇ ਹੁੰਦੇ ਨੇ, ਸਮਿਟ੍ਰੀਕਲ ਤੇ ਅਸਿਮੈਟ੍ਰੀਕਲ। ਜੇਕਰ ਦੋਨੋਂ ਸਾਈਡ ਸੇਮ ਹੀ ਗਰੁੱਪ ਲੱਗਿਆ ਹੋਇਆ ਦੈਨ ਅਸੀਂ ਸਮਿਟ੍ਰੀਕਲ ਕਹਿ ਦਾਂਗੇ, ਅਗਰ ਇੱਕ ਸਾਈਡ ਤੇ ਸੇਮ ਹੈ ਦੂਸਰੀ ਸਾਈਡ ਤੇ ਡਿਫਰੈਂਟ ਹੈ ਦੈਨ ਉਹ ਅਨਸਿਮੈਟ੍ਰੀਕਲ ਹੋ ਜਾਣਗੇ। ਸੋ ਨੈਕਸਟ ਗੱਲ ਕਰਦੇ ਆ ਐਰੋਮੈਟਿਕ ਦੇ ਵਿੱਚ। ਇਹ ਤੁਸੀਂ ਦੇਖ ਸਕਦੇ ਹੋ ਇਹ ਐਰੋਮੈਟਿਕ ਈਥਰ ਦੀ ਫੋਰਮੇਸ਼ਨ ਹੈ। ਇਹਨੂੰ ਬੋਲਿਆ ਕਿਵੇਂ ਜਾਊਗਾ ਦੈਟ ਇਜ਼ ਮਿਥਾਈਲ। ਓਕੇ, ਦਿਸ ਇਜ਼ ਮਿਥਾਈਲ ਫਿਨਾਈਲ ਈਥਰ। ਓਕੇ, ਸੋ ਦਿਸ ਇਜ਼ ਮਿਥਾਈਲ ਗਰੁੱਪ ਲੱਗਿਆ ਤਾਂ ਇਹਨੂੰ ਮਿਥਾਈਲ ਕਹਾਂਗੇ, ਬਾਕੀ ਜੋ ਹੈ ਫਿਨਾਈਲ ਈਥਰ ਇਹਨੂੰ ਕਿਹਾ ਜਾਂਦਾ ਹੈ। ਔਰ ਇੱਕ ਗੱਲ ਹੋਰ, ਈਥਰ ਜਿਹੜੇ ਹੁੰਦੇ ਨੇ ਇਹਨਾਂ ਨੂੰ ਅਸੀਂ ਐਲਕੋਕਸੀ ਐਲਕੇਨਸ ਵੀ ਕਹਿੰਦੇ ਹਾਂ। ਕੀ ਨਾਮ ਨਾਲ ਬੁਲਾਇਆ ਜਾ ਸਕਦਾ ਇਹਨਾਂ ਨੂੰ, ਦੈਟ ਇਜ਼ ਐਲਕੋਕਸੀ ਐਲਕੇਨਸ। ਅਗਰ ਨਹੀਂ ਸਮਝ ਆਇਆ ਤਾਂ ਐਗਜ਼ਾਮਪਲ ਨਾਲ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਦੇਖੋ ਹੁਣ ਇਹ ਮੇਰੇ ਕੋਲ ਮੈਂ ਇੱਕ ਐਗਜ਼ਾਮਪਲ ਲਈ ਹੈ। ਓਕੇ, ਇਹਦੇ ਵਿੱਚ ਕੀ ਹੈ ਤੁਸੀਂ ਦੇਖ ਸਕਦੇ ਹੋ, ਇਹਨੂੰ ਮੈंने ਨਾਮ ਦਿੱਤਾ ਹੈ ਮਿਥੋਕਸੀ, ਐਲਕੋਕਸੀ ਮਿਥੋਕਸੀ, ਐਲਕੇਨ ਮਿਥੇਨ, ਐਲਕੇਨ ਮਿਥੇਨ। ਠੀਕ ਹੈ ਨਾ, ਸੋ ਦੇਖੋ ਮਿਥੋਕਸੀ ਦਾ ਮਤਲਬ ਹੋਇਆ, ਦੇਖੋ ਪਿੱਛੇ ਜਿਹੜਾ ਹੈ ਮਿਥੋਕਸੀ ਇਹਨੂੰ ਮੈਂ ਫਿਕਸ ਕਰ ਲਿਆ। ਠੀਕ ਹੈ ਨਾ, ਇਹਨੂੰ ਮੈंने ਕੀ ਕਰ ਲਿਆ, ਫਿਕਸ ਕਰ ਲਿਆ, ਦੈਟ ਇਜ਼ ਮਿਥੋਕਸੀ। ਓਕੇ, ਬਾਕੀ ਤੁਸੀਂ ਦੇਖ ਸਕਦੇ ਹੋ ਇੱਕ ਕਾਰਬਨ ਲੱਗਿਆ ਹੋਇਆ ਹੈ ਇਸ ਕਰਕੇ ਮਿਥੇਨ। ਕਲੀਅਰ ਹੋ ਗਿਆ। ਸੋ ਨੈਕਸਟ ਵੀ ਦੇਖ ਸਕਦੇ ਹੋ, ਇਸ ਨੂੰ ਮੈंने ਫਿਕਸ ਕਰ ਲਿਆ, ਦਿਸ ਇਜ਼ ਮਿਥੋਕਸੀ ਐਂਡ ਜੋ ਪਿੱਛੇ ਬਚਿਆ ਦੈਟ ਇਜ਼ ਇਥੇਨ। ਓਕੇ, ਸੋ ਨੇਮਿੰਗ ਸਮਝ ਆ ਗਈ। ਈਥਰਸ ਕਰਨ ਤੋਂ ਪਹਿਲਾਂ ਜਿਹੜੀ ਹੈ ਤੁਹਾਨੂੰ ਨੇਮਿੰਗ ਹੋਣੀ ਵੀ ਬਹੁਤ ਜ਼ਰੂਰੀ ਆ। ਐਗਜ਼ਾਮ ਦੇ ਵਿੱਚ ਉਹ ਬਿਲਕੁਲ ਹੀ ਇਸ ਤਰੀਕੇ ਦੀ ਤੁਹਾਨੂੰ ਮੀਨਸ ਨਾਮ ਲੈ ਕੇ ਵੀ ਜਿਹੜਾ ਹੈ ਰਿਐਕਸ਼ਨ ਪੁੱਛ ਸਕਦਾ ਹੈ। ਠੀਕ ਹੈ ਨਾ, ਕੁਐਸਚਨਸ ਮੈਂ ਦੇਖੇ ਨੇ ਇੱਦਾਂ ਨਾਮ ਲੈ ਕੇ ਹੀ ਪੁੱਛੇ ਜਾਂਦੇ ਨੇ ਮੋਸਟਲੀ, ਮਿਥੋਕਸੀ ਇਥੇਨ, ਮਿਥੋਕਸੀ ਮਿਥੇਨ। ਸੋ ਯੂ ਸ਼ੁੱਡ ਨੋ ਅਬਾਊਟ ਦਿਸ। ਓਕੇ, ਸੋ ਦੇਖੋ ਨੈਕਸਟ ਕੀ ਗੱਲ ਕਰ ਰਹੇ ਹਾਂ ਅਸੀਂ, ਅਗਰ ਐਰੋਮੈਟਿਕ ਦੀ ਗੱਲ ਕਰੀਏ ਇਹਦੇ ਵਿੱਚ ਤੁਸੀਂ ਇਹਨੂੰ ਫਿਕਸ ਕਰ ਲਓ, ਉਹ ਨੂੰ ਨਾਲ ਹੀ ਰੱਖਣਾ ਹੈ, ਜਿਹੜੀ ਫਿਕਸਿੰਗ ਕਰਦੇ ਹੋ ਉਹਦੇ ਵਿੱਚ ਉਹ ਨੂੰ ਨਾਲ ਹੀ ਰੱਖਣਾ ਹੈ। ਸੋ ਦਿਸ ਇਜ਼ ਵਾਟ, ਦਿਸ ਇਜ਼ ਇਥੋਕਸੀ। ਤੁਸੀਂ ਦੇਖ ਸਕਦੇ ਹੋ ਨਾ ਦੋ ਕਾਰਬਨ ਨੇ, ਦਿਸ ਇਜ਼ ਇਥੋਕਸੀ ਐਂਡ ਪਿੱਛੇ ਕੀ ਲੱਗਿਆ ਹੋਇਆ ਬੈਂਜੀਨ। ਓਕੇ, ਸੋ ਨੇਮਿੰਗ ਜਿਹੜੀ ਹੈਗੀ ਹੈ ਇਹਦੇ ਵਿੱਚ ਕੀ ਬਣ ਜਾਂਦੀ ਹੈ, ਨੈਕਸਟ ਤੁਹਾਨੂੰ ਇੱਕ ਕੁਐਸਚਨ ਦਿੱਤਾ ਮੈਂ ਨੇਮਿੰਗ ਦੇ ਵਿੱਚ, ਤੁਸੀਂ ਦੇਖ ਸਕਦੇ ਹੋ ਉਹਨੂੰ ਕੀ ਨੇਮ ਕਰਾਂਗੇ। ਦੇਖੋ ਇਹਨੂੰ ਫਿਕਸ ਕਰ ਲਿਆ, ਠੀਕ ਹੈ, ਫਿਕਸ ਕਰਕੇ ਤੁਸੀਂ ਇਹਦੀ ਨੰਬਰਿੰਗ ਕਰ ਦਿਓ 1 2 3। ਓਕੇ, ਤੁਸੀਂ ਦੇਖ ਸਕਦੇ ਹੋ 1 ਪੋਜੀਸ਼ਨ ਦੇ ਨਾਲ ਕੀ ਲੱਗਿਆ ਹੋਇਆ ਹੈ ਦੈਟ ਇਜ਼ ਮਿਥੋਕਸੀ। ਓਕੇ, 2 ਪੋਜੀਸ਼ਨ ਦੇ ਨਾਲ ਕੀ ਲੱਗਿਆ ਹੋਇਆ ਦੈਟ ਇਜ਼ ਮਿਥਾਈਲ। ਬਾਕੀ ਹੈ ਕਿੰਨੇ ਸੀਗੇ 1 2 3, ਇਸ ਕਰਕੇ ਕੀ ਆ ਗਿਆ ਪ੍ਰੋਪੇਨ। ਸੋ ਸਮਝ ਆ ਗਿਆ ਹੋਊਗਾ ਨੇਮਿੰਗ। ਠੀਕ ਹੈ, ਨੇਮਿੰਗ ਵੀ ਪੁੱਛੀ ਜਾ ਸਕਦੀ ਹੈ।
ਚਲੋ ਜੀ, ਹੁਣ ਅਸੀਂ ਗੱਲ ਕਰਦੇ ਹਾਂ ਕਿ ਈਥਰ ਜਿਹੜੇ ਨੇ ਪ੍ਰੈਪਰੇਸ਼ਨ ਮੈਥਡ ਕਿਵੇਂ ਪ੍ਰਪੇਅਰ ਕੀਤਾ ਜਾਂਦਾ ਈਥਰਸ ਨੂੰ। ਠੀਕ ਹੈ, ਕਿ ਕਿਹਦੀ ਫਾਰਮੇਸ਼ਨ ਦੇ ਨਾਲ ਕਿਹਨੂੰ ਕੰਬਾਈਨ ਕਰਨ ਦੇ ਨਾਲ ਜੋ ਸਾਡੇ ਕੋਲੇ ਈਥਰਸ ਨੇ ਉਹ ਪ੍ਰਪੇਅਰ ਹੁੰਦੇ ਨੇ। ਸਭ ਤੋਂ ਪਹਿਲੀ ਗੱਲ ਕਰਾਂਗੇ ਅਲਕੋਹਲਸ। ਅਸੀਂ ਆਲਰੇਡੀ ਅਲਕੋਹਲ ਫਿਨੋਲ ਕਰ ਚੁੱਕੇ ਹਾਂ, ਤਾਂ ਈਥਰਸ ਲਾਸਟ ਤੇ ਆਏ ਨੇ। ਤਾਂ ਜਿਹੜੇ ਹੈਗੇ ਨੇ ਅਲਕੋਹਲਸ ਜਿਹੜੇ ਹੁੰਦੇ ਨੇ ਉਹ ਈਥਰਸ ਨੂੰ ਪ੍ਰਪੇਅਰ ਕਰਦੇ ਨੇ। ਕਿਵੇਂ ਕਰਦੇ ਨੇ? ਤੁਸੀਂ ਕੀ ਕਰਨਾ ਹੈ, 2 ਅਲਕੋਹਲ ਲੈਣੇ ਆ। ਓਕੇ, 2 ਅਲਕੋਹਲਸ ਦੇ ਵਿੱਚੋਂ ਤੁਸੀਂ ਵਾਟਰ ਰਿਮੂਵ ਕਰ ਦਿਓ। ਮੀਨਸ ਇਹਨੂੰ ਕੀ ਕਹਿੰਦੇ ਆ ਅਸੀਂ, ਡੀਹਾਈਡਰੇਸ਼ਨ ਆਫ ਅਲਕੋਹਲਸ। ਸਿੰਪਲੀ ਤੁਸੀਂ 2 ਅਲਕੋਹਲਸ ਲੈਣੇ ਨੇ, ਉਹਦੇ ਵਿੱਚੋਂ ਵਾਟਰ ਰਿਮੂਵ ਕਰ ਦੇਣਾ। ਠੀਕ ਹੈ, ਤੇ ਪਲੱਸ ਪਾ ਕੇ ਵਾਟਰ ਵੀ ਪਾ ਲਿਓ, ਤੇ ਤੁਸੀਂ ਵਾਟਰ ਰਿਮੂਵ ਕਰ ਦੇਣਾ। ਤੇ ਜਿਹੜਾ ਤੁਹਾਡੇ ਕੋਲੇ ਇਹ ਵਾਲਾ ਪੋਰਸ਼ਨ ਹੈ, ਇਹ ਪੋਰਸ਼ਨ ਇਸ ਪੋਰਸ਼ਨ ਨਾਲ ਕੰਬਾਈਨ ਹੋ ਕੇ ਕੀ ਤਿਆਰ ਕਰੂਗਾ, ਈਥਰ। ਤੁਸੀਂ ਦੇਖ ਸਕਦੇ ਹੋ ਇਹ ਆਰ ਹੈ, ਦਿਸ ਇਜ਼ ਓ, ਦਿਸ ਇਜ਼ ਆਰ ਡੈਸ਼। ਠੀਕ ਹੈ ਨਾ। ਸੋ ਇਹਨੂੰ ਅਸੀਂ ਕੀ ਕਹਿੰਦੇ ਆ, ਈਥਰ ਜਿਹੜਾ ਪ੍ਰਪੇਅਰ ਹੋ ਗਿਆ। ਐਂਡ ਕੁਝ ਕੰਡੀਸ਼ਨਸ ਹੁੰਦੀਆਂ ਨੇ ਇਸ ਰਿਐਕਸ਼ਨ ਨੂੰ ਕਰਵਾਉਣ ਵਾਸਤੇ, ਕੁਝ ਸ਼ਰਤਾਂ ਹੁੰਦੀਆਂ ਨੇ ਜੋ ਆਪਾਂ ਨੇ ਧਿਆਨ 'ਚ ਰੱਖਣੀਆਂ ਹੁੰਦੀਆਂ ਨੇ। ਇੱਕ ਤਾਂ ਹੁੰਦਾ ਕਿ ਟੈਂਪਰੇਚਰ ਸ਼ੁੱਡ ਬੀ ਕੰਟਰੋਲ। ਠੀਕ ਹੈ ਨਾ, ਟੈਂਪਰੇਚਰ ਜਿਹੜਾ ਹੈ ਤੁਸੀਂ 413 ਕੈਲਵਿਨ ਤੇ ਰੱਖਣਾ। ਓਕੇ, ਇਹ ਮਤਲਬ ਟੈਂਪਰੇਚਰ ਜਿਹੜੇ ਨੇ ਫਿਕਸ ਹੁੰਦੇ ਆ। ਸੋ ਅਲਕੋਹਲਸ ਜਿਹੜੇ ਹੁੰਦੇ ਨੇ ਤੁਸੀਂ ਐਕਸੈਸ ਦੇ ਵਿੱਚ ਲੈਣੇ ਆ। ਇਹ ਦੋਨੋਂ ਅਲਕੋਹਲਸ, ਇਹ ਸ਼ਰਤ ਹੈ ਕਿ ਇਥੋਕਸੀ ਜਿਹੜਾ ਇਥੇਨ ਹੈ ਇਹ ਉਦੋਂ ਹੀ ਬਣਦਾ ਹੈ ਜਦੋਂ ਕੀ ਹੋਏਗਾ, ਦੈਟ ਇਜ਼ ਤੁਸੀਂ ਅਲਕੋਹਲਸ ਨੂੰ ਐਕਸੈਸ ਦੇ ਵਿੱਚ ਲਓਗੇ। ਇਥੋਕਸੀਥੇਨ ਪਤਾ ਲੱਗਿਆ ਨਾਮ ਕਿਵੇਂ, ਤੁਸੀਂ ਫਿਕਸ ਕਰ ਲਓ। ਠੀਕ ਹੈ, ਇਹਨੂੰ ਫਿਕਸ ਕਰ ਲਓ, ਦਿਸ ਇਜ਼ ਇਥੋਕਸੀ ਐਂਡ ਦਿਸ ਇਜ਼ ਇਥੇਨ। ਵੈਰੀ ਸਿੰਪਲ। ਸੋ ਕੰਡੀਸ਼ਨ ਥਰਡ ਦੇਖ ਲਓ ਕਿ ਜਿਹੜੇ ਇਹ ਇਥੋਕਸੀ ਇਥੇਨ ਹੈ ਇਹ 1 ਡਿਗਰੀ ਅਲਕੋਹਲ ਹੀ ਤੁਸੀਂ ਲੈਣੇ ਆ। ਠੀਕ ਹੈ ਨਾ, 1 ਡਿਗਰੀ ਅਲਕੋਹਲ ਹੀ ਪ੍ਰੈਫਰ ਕਰਨੇ ਨੇ। ਵਾਈ ਨਾਟ 2 ਡਿਗਰੀ 3 ਡਿਗਰੀ? ਠੀਕ ਹੈ ਨਾ, 2 ਡਿਗਰੀ 3 ਡਿਗਰੀ ਅਸੀਂ ਇੱਥੇ ਨਹੀਂ ਲੈਂਦੇ ਬਿਕੋਜ਼ ਉਹਨਾਂ ਨਾਲ ਕੀ ਹੁੰਦਾ ਹੈ, ਸਾਡੇ ਕੋਲ ਐਲਕੀਨਸ ਦੀ ਫਾਰਮੇਸ਼ਨ ਵਗੈਰਾ ਹੋ ਜਾਂਦੀ ਹੈ। ਇਸ ਕਰਕੇ 1 ਡਿਗਰੀ ਹੀ ਤੁਸੀਂ ਇੱਥੇ ਜਿਹੜੇ ਨੇ ਪ੍ਰੈਫਰ ਕਰੋਗੇ। ਓਕੇ ਜੀ। ਸੋ ਨੈਕਸਟ ਗੱਲ ਕਰਦੇ ਹਾਂ ਵਿਲੀਅਮਸਨ ਸਿੰਥਸਿਸ ਦੀ। ਇਹ ਜਿਹੜੀ ਰਿਐਕਸ਼ਨ ਹੈ ਇਹ ਮੈਂ ਆਲਰੇਡੀ ਡਿਸਕਸ ਕਰ ਚੁੱਕੀ ਹਾਂ MCQ ਦੇ ਵਿੱਚ, ਉੱਥੇ ਇਹ ਡਿਸਕਸ ਹੋ ਚੁੱਕੀ ਹੈ। ਤਾਂ ਇਹਦੇ ਵਿੱਚ ਹੁੰਦਾ ਕੀ ਐਕਚੁਅਲੀ, ਇਹਦੇ ਵਿੱਚ ਵੀ ਤੁਸੀਂ ਇੱਕ ਅਲਕੋਹਲ ਲੈਣੀ ਹੁੰਦੀ ਆ। ਅਲਕੋਹਲ ਜਿਹੜਾ ਹੁੰਦਾ ਹੈ ਉਹ ਰਿਐਕਟ ਕਰਦਾ ਹੈ ਕਿਸੇ ਵੀ ਮੈਟਲ ਦੇ ਨਾਲ। ਠੀਕ ਹੈ ਨਾ, ਜਦੋਂ ਵਿਲੀਅਮਸਨ ਸਿੰਥਸਿਸ ਰਿਐਕਸ਼ਨ ਹੁੰਦੀ ਹੈ, ਵਿਲੀਅਮਸਨ ਸਿੰਥਸਿਸ ਦੇ ਵਿੱਚ ਜੋ ਅਲਕੋਹਲ ਹੈ ਉਹ ਰਿਐਕਟ ਕਰਦਾ ਹੈ ਮੈਟਲ ਦੇ ਨਾਲ। ਵਿਲੀਅਮ ਜੋ ਸੀ ਨਾ, ਪਰਸਨ ਵਿਲੀਅਮ, ਉਹਦੀ ਮੈਟਲ ਨਾਲ ਬੜੀ ਬਣਦੀ ਸੀ। ਓਕੇ, ਸੋ ਉਹਦੀ ਮੈਟਲ ਨਾਲ ਬੜੀ ਬਣਦੀ ਸੀ। ਉਹ ਕਹਿੰਦਾ ਸੀ ਮੈਂ ਅਲਕੋਹਲ ਨੂੰ ਕਿਹਦੇ ਨਾਲ ਰਿਐਕਟ ਕਰਾਉਣਾ ਹੈ, ਸੋਡੀਅਮ ਨਾਲ। ਸੋ ਇਸ ਕਰਕੇ ਵਿਲੀਅਮਸਨ ਸਿੰਥਸਿਸ ਹੋਇਆ ਤਾਂ ਉਹਨੇ ਅਲਕੋਹਲ ਨੂੰ ਸੋਡੀਅਮ ਨਾਲ ਰਿਐਕਟ ਕਰਵਾ ਹੀ ਦਿੱਤਾ। ਜਦੋਂ ਰਿਐਕਟ ਕਰਵਾਇਆ ਤਾਂ ਹੋਇਆ ਕੀ, ਸਾਡੇ ਕੋਲ ਦੈਟ ਇਜ਼ ਇੱਥੋਂ ਜਿਹੜਾ ਬੌਂਡ ਬ੍ਰੇਕ ਹੋਇਆ ਤਾਂ ਇੱਥੇ H ਪੋਜ਼ਿਟਿਵ ਰਿਮੂਵ ਹੋ ਗਿਆ, ਸੋਡੀਅਮ ਜਿਹੜਾ ਉਹਦੇ ਨਾਲ ਅਟੈਚ ਹੋ ਗਿਆ ਤੇ H2 ਜਿਹੜਾ ਹੈ ਉਹ ਬਾਹਰ ਆ ਗਿਆ। ਬਟ ਪ੍ਰੋਬਲਮ ਇਜ਼ ਦੈਟ ਵਿਲੀਅਮ ਨੇ ਸੋਚਿਆ ਕਿ ਈਥਰ ਜਿਹੜਾ ਹੈ ਉਹ ਤਾਂ ਬਣਿਆ ਹੀ ਨਹੀਂ। ਤਾਂ ਫਿਰ ਉਹਨੇ ਕੀ ਕਰਿਆ, ਇਹ ਕੰਪਾਊਂਡ ਚੱਕਿਆ ਹੈ ਨਾ, ਇਹ ਕੰਪਾਊਂਡ ਚੱਕਿਆ, ਇਹਨੂੰ ਕਿਹਦੇ ਨਾਲ ਰਿਐਕਟ ਕਰਵਾਇਆ, ਕੀ ਬਣਾਉਣ ਵਾਸਤੇ, ਈਥਰ ਬਣਾਉਣ ਵਾਸਤੇ, ਦੈਟ ਇਜ਼ C2H5Br। ਇਹ ਅਸੀਂ ਆਲਰੇਡੀ ਪੜ੍ਹ ਚੁੱਕੇ ਹਾਂ, ਦੈਟ ਇਜ਼ ਹੈਲੋ ਅਲਕੇਨਸ ਹੈ ਨਾ। ਤਾਂ ਉਹਨੇ ਸੋਚਿਆ ਮੈਂ ਹੈਲੋ ਅਲਕੇਨ ਨਾਲ ਰਿਐਕਟ ਕਰਵਾ ਕੇ ਕੀ ਬਣਾਉਂਗਾ, ਦੈਟ ਇਜ਼ ਈਥਰ। ਓਕੇ, ਸੋ ਇੱਥੇ ਈਥਰ ਹੀ ਫਾਰਮੇਸ਼ਨ ਹੁੰਦੀ। ਐਗਜ਼ਾਮ 'ਚ ਵੀ ਪੁੱਛਿਆ ਜਾ ਸਕਦਾ ਹੈ ਕਿ ਵਿਲੀਅਮਸਨ ਸਿੰਥਸਿਸ ਦੇ ਵਿੱਚ ਕਾਹਦੀ ਫਾਰਮੇਸ਼ਨ ਜਾਂ ਕਿਹਦੀ ਪ੍ਰੈਪਰੇਸ਼ਨ ਲਈ ਯੂਜ਼ ਕੀਤਾ ਜਾਂਦਾ ਹੈ। ਓਕੇ, ਸੋ ਦੈਟ ਇਜ਼ ਈਥਰ। ਤੁਹਾਨੂੰ ਈਥਰ ਨਾ ਦੇ ਕੇ ਤੁਹਾਨੂੰ ਇਥੋਕਸੀ, ਇਥੇਨ, ਕੁਛ ਐਵੇਂ ਦਾ ਵਰਡਸ ਵੀ ਦੇ ਸਕਦਾ ਹੈ। ਸੋ ਕੰਡੀਸ਼ਨ ਇਹਦੇ ਵਿੱਚ ਵੀ ਯਾਦ ਰੱਖਣੀ ਹੈ ਕਿ ਜਿਹੜਾ ਉਹ ਮਤਲਬ ਹੈਲਾਈਡ ਯੂਜ਼ ਕਰੇਗਾ ਉਹ 1 ਡਿਗਰੀ ਹੀ ਯੂਜ਼ ਕਰੇਗਾ। ਠੀਕ ਹੈ, ਗਿਵ ਈਥਰਸ 2 ਡਿਗਰੀ ਐਂਡ 3 ਡਿਗਰੀ ਕੀ ਹੋਣਗੇ, ਦੈਟ ਇਜ਼ ਐਲਕੀਨਸ ਬਣਾਉਣਗੇ, ਨਾਟ ਈਥਰਸ। ਇਸ ਕਰਕੇ ਉਹ 2 ਡਿਗਰੀ ਐਂਡ 3 ਡਿਗਰੀ ਜੋ ਹੈ ਉਹਨਾਂ ਨੇ ਯੂਜ਼ ਨਹੀਂ ਕੀਤਾ। ਸੋ ਨੈਕਸਟ ਦੇਖੋ, ਥਰਡ ਕੁਐਸਚਨ ਕੀ ਹੈ, ਫਰੋਮ ਐਲਕਾਈਲ ਹੈਲਾਈਡਸ ਇਨ ਦਾ ਪ੍ਰੈਜ਼ੈਂਸ ਆਫ ਸਿਲਵਰ ਆਕਸਾਈਡ। ਤੁਸੀਂ ਹੁਣ ਈਥਰਸ ਦੀ ਪ੍ਰੈਪਰੇਸ਼ਨ ਕਰ ਰਹੇ ਹੋ ਤਾਂ ਤੁਸੀਂ ਕੀ ਕਰਨਾ ਹੈ, ਹੁਣ ਤੁਸੀਂ ਜੋ ਵੀ ਹੈਗਾ ਦੈਟ ਇਜ਼ ਹੈਲੋ ਅਲਕੇਨ ਜਿਹੜੇ ਸੀ ਆਪਣੇ ਪਾਸ ਉੱਪਰ ਵੀ ਯੂਜ਼ ਕੀਤੇ ਨੇ, ਉਹਨਾਂ ਨੂੰ ਤੁਸੀਂ ਰਿਐਕਟ ਕਰਾਓਗੇ ਸਿਲਵਰ ਆਕਸਾਈਡ ਨਾਲ। ਹੁੰਦਾ ਕੀ ਹੈ, ਜਦੋਂ ਅਸੀਂ ਇਹਨਾਂ ਦੋਨਾਂ ਨੂੰ ਰਿਐਕਟ ਕਰਵਾਉਂਦੇ ਹਾਂ ਸਿਲਵਰ ਆਕਸਾਈਡ ਨਾਲ ਤਾਂ ਹੁੰਦਾ ਕੀ ਹੈ, ਇੱਥੇ ਸਿਲਵਰ ਦੇ 2 ਨੇ ਐਟਮ, ਜਾਂ ਤੁਸੀਂ ਮੋਲੀਕਿਊਲ ਕਹਿ ਸਕਦੇ ਹੋ, ਐਟਮਸ ਲਗਾ ਲਓ, Ag2। ਤਾਂ ਇਹ ਕੀ ਆਏਗਾ, Br, ਦੋਨਾਂ ਨਾਲ ਕੀ ਹੋ ਜਾਏਗਾ, Br ਨਾਲ ਮਿਲ ਕੇ ਰਿਮੂਵ ਹੋ ਜਾਏਗਾ। ਰਿਮੂਵ ਹੋ ਗਿਆ, ਜਿਹੜਾ ਬਾਕੀ ਪੋਰਸ਼ਨ ਹੈ ਦਿਸ ਐਂਡ ਦਿਸ, ਇਹ ਤਿੰਨੋਂ ਕੀ ਕਰ ਜਾਣਗੇ, ਰਿਐਕਟ ਕਰ ਜਾਣਗੇ ਐਂਡ ਕੀ ਬਣਾ ਦੇਣਗੇ, ਈਥਰ।
ठीक है, दिस इज ईथर। ओके, सो देख सकते हो सिमेट्रिकल ईथर बन रहे हैं, दोनों साइड से सेम ही ग्रुप लगे हुए। नैक्सट इज द रीअरेंजमेंट रिएक्शन। रीअरेंजमेंट रिएक्शन च फिर अल्कोहल आ जाती है, ठीक है ना। देखो तुसी देख सकते हो अल्कोहल हैलोअल्केन, अल्कोहल हैलोअल्केन यही आ रहे हैं। ओके, जेकर पेपर ਦੇ ਵਿੱਚ ਤੁਹਾਨੂੰ ਆ ਜਾਂਦਾ ਕਿ ਅਲਕੋਹਲ ਦੇ ਵਿੱਚ ਡਾਈਜ਼ੋਮੀਥੇਨ, ਡਾਈਜ਼ੋਮੀਥੇਨ ਦਾ ਫਾਰਮੂਲਾ ਹੁੰਦਾ ਹੈ C ਦੇ ਨਾਲ 2 ਕੀ ਲੱਗੇ ਹੋਣਗੇ, H ਲੱਗੇ ਹੋਣਗੇ ਤੇ 2 ਹੀ ਕੀ ਲੱਗੇ ਹੋਣਗੇ, ਨਾਈਟ੍ਰੋਜਨ। ਠੀਕ ਹੈ, ਤਾਂ ਉਹਦਾ ਫਾਰਮੂਲਾ ਕੀ ਹੁੰਦਾ ਹੈ, ਡਾਈਜ਼ੋਮੀਥੇਨ। ਤਾਂ ਹੋਏਗਾ ਕਿ ਜਦੋਂ ਇਹ ਇਹਦੇ ਨਾਲ ਰਿਐਕਟ ਕਰੇਗਾ ਤਾਂ ਜਿਹੜਾ ਪ੍ਰੋਡਕਟ ਬਣਦਾ ਹੈ ਇਸ ਕੇਸ ਦੇ ਵਿੱਚ ਵੀ ਕੀ ਬਣਦਾ ਹੈ, ਈਥਰ। ਓਕੇ, ਈਥਰ ਬਣਦਾ ਤੇ ਜਿਹੜਾ ਇਹ NO2 ਹੁੰਦਾ ਹੈ ਇਹ ਕੀ ਹੋ ਜਾਂਦਾ ਹੈ, ਰਿਮੂਵ ਹੋ ਜਾਂਦਾ ਹੈ। ਨੈਕਸਟ ਗੱਲ ਕਰਦੇ ਹਾਂ, ਇੱਕ ਕੁਐਸਚਨ ਹੈ, ਅਗਰ ਤੁਹਾਨੂੰ ਐਗਜ਼ਾਮ ਦੇ ਵਿੱਚ ਇਹ ਕੁਐਸਚਨ ਆ ਜਾਂਦਾ ਨਾ ਕਿ ਦੈਟ ਇਜ਼ ਅਗਰ ਦਿਸ, ਤੁਸੀਂ ਦੇਖ ਸਕਦੇ ਹੋ ਦੈਟ ਇਜ਼ ਇਹਦੇ ਪੈਰਾ ਪੋਜੀਸ਼ਨ ਤੇ, ਪੈਰਾ ਲਗਾ ਲਓ ਚਾਹੇ ਇਹਦੀ ਟੌਪ ਪੋਜੀਸ਼ਨ ਲਗਾ ਲਓ ਇਸ ਦੀ, ਠੀਕ ਹੈ ਨਾ। ਟੌਪ ਪੋਜੀਸ਼ਨ ਤੇ ਕੀ ਲੱਗਿਆ ਹੋਇਆ, O ਨੈਗੇਟਿਵ Na ਪੋਜ਼ਿਟਿਵ। ਇਸਦਾ ਨਾਮ ਕੀ ਹੁੰਦਾ ਜੇਕਰ ਗੱਲ ਕਰੀਏ, ਇਹਦਾ ਨਾਮ ਹੁੰਦਾ ਫਿਨੋਕਸਾਈਡ, ਹਨਾ। ਫਿਨੋਕਸਾਈਡ ਜਿਹੜਾ ਹੁੰਦਾ ਸੋਡੀਅਮ ਫਿਨੋਕਸਾਈਡ ਇਹਦਾ ਨਾਮ ਹੈ। ਤਾਂ ਇਹਨੂੰ ਅਸੀਂ ਰਿਐਕਟ ਕਰਦੇ ਹਾਂ ਇਹਦੇ ਨਾਲ, ਦੈਟ ਇਜ਼ ਬੈਂਜੀਨ ਦੇ ਉੱਪਰ ਕੀ ਲੱਗਿਆ ਹੋਇਆ ਹੈ, ਬ੍ਰੋਮੀਨ, ਦੈਟ ਇਜ਼ ਇਹਦਾ ਨਾਮ ਕੀ ਹੁੰਦਾ ਹੈ, ਹੈਲੋਜਨ, ਹੈ ਨਾ। ਹੈਲੋਜਨ ਬੈਂਜੀਨ ਜੋ ਵੀ ਇਹਨੂੰ ਕਹੋਗੇ ਤੁਸੀਂ, ਬੈਂਜੀਨ ਹੈਲਾਈਡ ਵੀ ਕਹਿ ਸਕਦੇ ਹਾਂ। ਠੀਕ ਹੈ, ਬੈਂਜੀਨ ਹੈਲਾਈਡ ਜਿਹੜਾ ਹੈ ਇਹਦੇ ਨਾਲ ਰਿਐਕਟ ਕਰੇਗਾ ਤਾਂ ਹੋਏਗਾ ਕਿ ਨੋ ਰਿਐਕਸ਼ਨ। ਇੱਥੇ ਕੋਈ ਰਿਐਕਸ਼ਨ ਨਹੀਂ ਹੁੰਦੀ, ਐਗਜ਼ਾਮ ਦੇ ਵਿੱਚ ਆਪਸ਼ਨ ਵੀ ਆ ਸਕਦੀ ਹੈ, ਇਹ ਬਹੁਤ ਇੰਪੋਰਟੈਂਟ ਹੈ। ਫਿਨੋਕਸਾਈਡ ਜਿਹੜਾ ਹੁੰਦਾ ਹੈ, ਹੈਲੋਜਨ ਜਿਹੜਾ ਹੈ ਤੁਹਾਡੇ ਕੋਲੇ ਬੈਂਜੀਨ, ਬੈਂਜੀਨ ਹੈਲੋਜਨ, ਇਹਦੇ ਨਾਲ ਰਿਐਕਟ ਨਹੀਂ ਕਰਦਾ। ਬਿਕੋਜ਼ ਕਿਉਂ ਨਹੀਂ ਕਰਦਾ, ਕਿਉਂਕਿ ਦੇਖੋ ਜਿਹੜਾ ਇੱਥੇ ਆਕਸੀਜਨ ਹੈ ਤੇ ਜਿਹੜੇ ਇੱਥੇ Br ਹੈ ਇਹ ਦੋਨੋਂ ਜਿਹੜੇ ਨੇ, ਠੀਕ ਹੈ ਨਾ, ਇਲੈਕਟ੍ਰੋਨ ਰਿਚ ਕੰਪਾਊਂਡਸ ਹੁੰਦੇ ਨੇ, ਤਾਂ ਇਸ ਕਰਕੇ ਇਹਨਾਂ ਦੋਨਾਂ ਦੀ ਰਿਐਕਸ਼ਨ ਜਿਹੜੀ ਹੈ ਨਹੀਂ ਹੁੰਦੀ। ਓਕੇ, ਨੈਕਸਟ ਦੇਖੋ ਫਿਜ਼ੀਕਲ ਪ੍ਰੋਪਰਟੀਜ਼ ਦੀ ਗੱਲ ਕਰਦੇ ਹਾਂ, ਈਥਰਸ ਦੀ ਫਿਜ਼ੀਕਲ ਪ੍ਰੋਪਰਟੀਜ਼। ਫਿਜ਼ੀਕਲ ਪ੍ਰੋਪਰਟੀਜ਼ ਦੇ ਵਿੱਚ ਅਸੀਂ ਈਥਰਸ ਬਾਰੇ ਥੋੜ੍ਹਾ ਜਾਣਦੇ ਹਾਂ ਕਿ ਇਹਦੀਆਂ ਫਿਜ਼ੀਕਲ ਪ੍ਰੋਪਰਟੀਜ਼ ਕੀ ਹੁੰਦੀਆਂ ਨੇ, ਕੀ ਇਹਦੇ ਐਂਗਲਸ, ਬੋਇਲਿੰਗ ਪੁਆਇੰਟਸ, ਡੈਂਸਿਟੀ, ਇਹ ਸਭ ਕੁਝ ਇਹਦੇ ਵਿੱਚ ਡਿਸਕਸ ਕੀਤਾ ਜਾਂਦਾ ਹੈ। ਪਹਿਲਾ ਪੁਆਇੰਟ ਜਿਹੜਾ ਹੈ ਉਹਦੇ ਵਿੱਚ ਅਸੀਂ ਗੱਲ ਕਰਾਂਗੇ ਬੌਂਡ ਐਂਗਲ ਦੀ। ਦੇਖੋ ਬੌਂਡ ਐਂਗਲ ਦੇ ਵਿੱਚ ਦੋ ਸਟਰਕਚਰਸ ਨੂੰ ਕੰਪੇਅਰ ਕੀਤਾ ਗਿਆ, ਵਾਟਰ ਤੇ ਈਥਰਸ। ਓਕੇ, ਇਹਨਾਂ ਦੀ ਸਟਰਕਚਰਸ ਵਗੈਰਾ ਤੁਸੀਂ ਬਿਲਕੁਲ ਧਿਆਨ 'ਚ ਰੱਖਣੀ, ਸਪੈਸ਼ਲੀ ਮੈਂਸ਼ਨ ਵੀ ਹੈ ਤੁਹਾਡੇ ਸਿਲੇਬਸ ਦੇ ਵਿੱਚ ਈਥਰਸ ਤੋਂ ਬਾਅਦ ਸਟਰਕਚਰ ਲਿਖਿਆ ਹੋਇਆ। ਹੁੰਦਾ ਕੀ ਹੈ, ਈਥਰਸ ਦੇ ਵਿੱਚ ਜਿਹੜਾ ਬੌਂਡ ਐਂਗਲ ਹੈ ਉਹ ਜ਼ਿਆਦਾ ਹੁੰਦਾ ਹੈ ਤੇ ਇਹਦੇ ਵਿੱਚ ਕੀ ਹੁੰਦਾ ਹੈ, ਘੱਟ ਹੁੰਦਾ ਹੈ। ਸੋ ਈਥਰਸ ਹੈਵ ਦਾ ਲਾਰਜਰ ਬੌਂਡ ਐਂਗਲ ਦੈਨ ਵਾਟਰ। ਰੀਜ਼ਨ ਇੱਕੋ ਹੀ ਹੈ, ਦੈਟ ਇਜ਼ ਇਹਨਾਂ ਦੋਨਾਂ ਦੇ ਵਿੱਚ, ਇਹ ਦੋਨੋਂ ਮਿਥਾਈਲ ਗਰੁੱਪਸ ਨੇ, ਇਹਨਾਂ ਦੇ ਵਿੱਚ ਰਿਪਲਸ਼ਨ ਜਿਹੜੀ ਹੈ ਜ਼ਿਆਦਾ ਹੋਣ ਕਰਕੇ ਬੌਂਡ ਐਂਗਲ ਜਿਹੜਾ ਹੈ ਉਹ ਜ਼ਿਆਦਾ ਹੁੰਦਾ ਹੈ। ਨੈਕਸਟ ਪੁਆਇੰਟ ਦੀ ਗੱਲ ਕਰਦੇ ਹਾਂ, ਸੈਕਿੰਡ ਪੁਆਇੰਟ, ਈਥਰਸ ਹੈਵ ਲੋਅਰ ਬੋਇਲਿੰਗ ਪੁਆਇੰਟ ਦੈਨ ਅਲਕੋਹਲ। ਈਥਰਸ ਦਾ ਜਿਹੜਾ ਬੋਇਲਿੰਗ ਪੁਆਇੰਟ ਹੁੰਦਾ ਉਹ ਅਲਕੋਹਲ ਤੋਂ ਘੱਟ ਹੁੰਦਾ। ਕਾਰਨ ਕੀ ਰਹੂਗਾ ਇਹਦਾ, ਦੇਖੋ ਈਥਰਸ ਹੈਵ ਲੋਅਰ ਬੋਇਲਿੰਗ ਪੁਆਇੰਟ ਦੈਨ ਅਲਕੋਹਲ। ਅਲਕੋਹਲ ਦੇ ਵਿੱਚ ਜਦੋਂ ਅਸੀਂ ਅਲਕੋਹਲ ਪੜ੍ਹ ਰਹੇ ਸੀ ਉੱਥੇ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਇਹਦੇ ਵਿੱਚ ਹਾਈਡਰੋਜਨ ਬੌਂਡਿੰਗ ਪ੍ਰੈਜ਼ੈਂਟ ਹੁੰਦੀ ਹੈ, ਜਦ ਕਿ ਈਥਰ ਦੇ ਵਿੱਚ ਕੀ ਹੁੰਦਾ, ਨੋ ਹਾਈਡਰੋਜਨ ਬੌਂਡਿੰਗ। ਠੀਕ ਹੈ, ਤੇ ਈਥਰ ਹੋ ਗਿਆ, ਅਲਕੇਨ ਹੋ ਗਿਆ, ਇਹ ਅਲਕੇਨ ਦਾ ਜਿਹੜਾ ਹੈ ਤੇ ਈਥਰ ਦਾ ਡਿਫਰੈਂਸ ਬਹੁਤ ਥੋੜਾ ਹੁੰਦਾ ਹੈ। ਜੇਕਰ ਇਹਦਾ 307 ਹੈ ਤਾਂ ਇਹਦਾ 309, ਮਤਲਬ ਬਹੁਤ ਘੱਟ ਡਿਫਰੈਂਸ ਹੋਊਗਾ ਦੋਨਾਂ ਦੇ ਬੋਇਲਿੰਗ ਪੁਆਇੰਟਸ ਦੇ ਵਿੱਚ, ਬਟ ਇਹਦਾ ਕੰਪੈਰੀਜ਼ਨ ਤੁਸੀਂ ਜ਼ਰੂਰ ਯਾਦ ਰੱਖਣਾ ਹੈ। ਨੈਕਸਟ ਗੱਲ ਕਰਦੇ ਹਾਂ, ਲੋਅਰ ਮੈਂਬਰਸ ਆਫ ਈਥਰਸ ਇਜ਼ ਸਮਵਟ ਸੋਲੂਬਲ ਇਨ ਵਾਟਰ ਬਟ ਹਾਇਰ ਆਰ ਇਨਸੋਲੂਬਲ। ਕਹਿੰਦੇ ਜਿਹੜੇ ਲੋਅਰ ਮੈਂਬਰਸ ਨੇ ਈਥਰ ਦੇ, ਜਿਵੇਂ ਆ ਤੁਸੀਂ ਦੇਖ ਸਕਦੇ ਹੋ, ਦੇਖੋ ਇਹ ਕੀ ਹੈ, ਲੋਅਰ ਮੈਂਬਰ ਹੈ, ਠੀਕ ਹੈ, ਇਹ ਹੈਗਾ ਹਾਇਰ ਮੈਂਬਰ। ਇਹਦੇ ਵਿੱਚ ਇਹ ਤੁਸੀਂ ਦੇਖ ਸਕਦੇ ਹੋ ਇਹ ਚੇਨ ਜਿਹੜੀ ਹੈਗੀ ਹੈ ਇਹ ਕੀ ਹੈ, ਇਹ ਵਾਲੀ ਚੇਨ ਨਾਲੋਂ ਵੱਡੀ ਹੈ, ਮਤਲਬ ਇੱਥੇ ਤਾਂ ਚੇਨ ਹੈ ਹੀ ਨਹੀਂ, ਇੱਥੇ ਤਾਂ ਇੱਕ ਗਰੁੱਪ ਲੱਗਿਆ ਹੋਇਆ ਹੈ ਨਾ, ਇੱਥੇ ਚੇਨ ਜ਼ਿਆਦਾ ਹੋਗੀ। ਤਾਂ ਕੀ ਹੁੰਦਾ ਹੈ, ਇਹ ਤਾਂ ਜਿਹੜੇ ਨੇ ਵਾਟਰ 'ਚ ਸੋਲੂਬਲ ਹੁੰਦੇ ਨੇ ਬਟ ਇਹ ਵਾਟਰ 'ਚ ਸੋਲੂਬਲ ਨਹੀਂ ਹੁੰਦੇ। ਕਾਰਨ ਇੱਕੋ ਹੀ ਹੈ, ਬਸ ਇੱਕੋ ਹੀ ਵਰਡ ਯਾਦ ਰੱਖਣਾ ਹੈ, ਦੈਟ ਇਜ਼ ਸਟੀਰਿਕ ਹਿੰਡਰੈਂਸ। ਦੇਖੋ ਜਿੰਨਾ ਜ਼ਿਆਦਾ ਚੇਨ ਬਣ ਜਾਏਗੀ ਇੱਥੇ ਉਨੀ ਸਟੀਰਿਕ ਹਿੰਡਰੈਂਸ ਜਿਹੜੀ ਹੈ ਪੈਦਾ ਹੁੰਦੀ ਹੈ ਤੇ ਐਚ ਦੇ ਨਾਲ ਜਿਹੜੇ ਹੈ ਵਾਟਰ ਦੇ ਨਾਲ ਹਾਈਡਰੋਜਨ ਬੌਂਡਿੰਗ ਜਿਹੜੀ ਹੈ ਉਹ ਨਹੀਂ ਬਣ ਪਾਉਂਦੀ। ਠੀਕ ਹੈ ਨਾ, ਐਚ ਬੌਂਡ ਹੈ ਜਿਹੜਾ ਉਹ ਫਾਰਮੇਸ਼ਨ ਉਹਦੀ ਜਿਹੜੀ ਹੈ ਨਹੀਂ ਹੁੰਦੀ। ਇਸ ਕਰਕੇ ਅਸੀਂ ਕਹਾਂਗੇ ਕਿ ਇਹ ਇਨਸੋਲੂਬਲ ਹੁੰਦੇ ਨੇ ਬਟ ਲੋਅਰ ਮੈਂਬਰਸ ਕੀ ਹੁੰਦੇ ਨੇ, ਸੋਲੂਬਲ। ਇਹ 'ਚ ਕਨਫਿਊਜ਼ ਨਹੀਂ ਹੋਣਾ, ਇਹ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਐਚ ਬੌਂਡ, ਮਤਲਬ ਇਹ ਜਿਹੜਾ ਕੰਪਾਊਂਡ ਹੈ ਐਚ ਬੌਂਡ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਵਾਟਰ ਦੇ ਨਾਲ, ਕਿ ਟ੍ਰਾਂਜੀਸ਼ਨ ਸਟੇਟ ਦੇ ਵਿੱਚ ਹੈ ਇਹ।
ਨੈਕਸਟ ਡੈਂਸਿਟੀ ਵੀ ਪੁੱਛਿਆ ਜਾ ਸਕਦਾ ਹੈ, ਆਪਸ਼ਨਸ ਆ ਸਕਦੀਆਂ ਨੇ ਈਥਰਸ ਦੀ ਪ੍ਰੋਪਰਟੀ ਬਾਰੇ 4-5 ਤੁਹਾਨੂੰ ਉੱਥੇ ਕਹਿਣਗੇ ਕਿ ਇਹਦੇ ਵਿੱਚੋਂ ਕਿਹੜੀ ਜਿਹੜੀ ਹੈ ਪ੍ਰੋਪਰਟੀ ਸੈਟਿਸਫਾਈ ਕਰਦੀ ਹੈ ਈਥਰਸ ਨੂੰ, ਹੈ ਨਾ। ਤਾਂ ਉੱਥੇ ਲਿਖਿਆ ਹੋ ਸਕਦਾ ਈਥਰਸ ਆਰ ਹੈਵੀਅਰ ਦੈਨ ਵਾਟਰ, ਹੈ ਨਾ। ਤਾਂ ਉਹ ਗਲਤ ਹੋਏਗਾ, ਠੀਕ ਹੈ। ਈਥਰਸ ਜਿਹੜੇ ਹੁੰਦੇ ਨੇ ਉਹ ਲਾਈਟਰ ਹੁੰਦੇ ਨੇ ਵਾਟਰ ਨਾਲੋਂ, ਠੀਕ ਹੈ। ਨੈਕਸਟ ਗੱਲ ਕਰਦੇ ਹਾਂ ਜੀ ਕੈਮੀਕਲ ਪ੍ਰੋਪਰਟੀਜ਼ ਆਫ ਈਥਰਸ। ਕੈਮੀਕਲ ਪ੍ਰੋਪਰਟੀਜ਼ ਦੀ ਗੱਲ ਕਰੀਏ, ਬੇਸਿਕਲੀ ਜਿਹੜੇ ਈਥਰਸ ਹੁੰਦੇ ਨੇ ਇਹ ਲੈਸ ਰਿਐਕਟਿਵ ਹੁੰਦੇ ਨੇ, ਓਕੇ, ਟੂ ਦਾ ਫੰਕਸ਼ਨਲ ਗਰੁੱਪਸ। ਕਾਰਨ ਇਹਨਾਂ ਦਾ ਸਟੀਰਿਕ ਹਿੰਡਰੈਂਸ ਹੀ ਬਣ ਜਾਂਦਾ ਹੈ, ਠੀਕ ਹੈ ਨਾ। ਇਹਨਾਂ ਦੀ ਜਿਹੜੀ ਸਟੀਰਿਕ ਹਿੰਡਰੈਂਸ ਦੀ ਹੈ ਜ਼ਿਆਦਾ ਚੇਨ ਬਣ ਜਾਂਦੀ ਹੈ, ਗਰੁੱਪਸ ਵੱਡੇ ਲੱਗ ਜਾਂਦੇ ਨੇ, ਤਾਂ ਇਹ ਦੂਸਰੇ ਨਾਲ ਰਿਐਕਟ ਨਹੀਂ ਕਰ ਪਾਉਂਦੇ। ਇਸ ਕਰਕੇ ਕੋਈ ਵੀ ਐਸਾ ਕੰਪਾਊਂਡ ਜਿਹਦੇ ਫੰਕਸ਼ਨਲ ਗਰੁੱਪ ਲੱਗਿਆ ਹੋਇਆ ਹੈ ਉਹਨਾਂ ਨਾਲ ਤਾਂ ਇਹ ਰਿਐਕਟ ਨਹੀਂ ਕਰਨਗੇ। ਸੋ ਜਿਨ੍ਹਾਂ ਨਾਲ ਇਹ ਰਿਐਕਟ ਕਰਦੇ ਨੇ, ਥੋੜ੍ਹੀਆਂ ਜਿਹੀਆਂ ਜੋ ਰਿਐਕਸ਼ਨਸ ਨੇ ਉਹ ਡਿਸਕਸ ਕਰ ਲੈਂਦੇ ਆ। ਫਸਟ ਰਿਐਕਸ਼ਨ ਇਨ ਦਾ ਪ੍ਰੈਜ਼ੈਂਸ ਆਫ O2 ਮੀਨਸ ਈਥਰ ਜਿਹੜਾ ਹੈ ਬਿਲਕੁਲ ਜੀ ਆਕਸੀਜਨ ਤੇ ਲਾਈਟ ਨਾਲ ਰਿਐਕਟ ਕਰਦਾ ਹੈ। ਕਿਹਦੇ ਨਾਲ ਰਿਐਕਟ ਕਰਦਾ ਹੈ? ਇੱਕ ਆਕਸੀਜਨ ਤੇ ਲਾਈਟ ਨਾਲ। ਹੁੰਦਾ ਕੀ ਹੈ, ਜਦੋਂ ਈਥਰ ਦੇ ਵਿੱਚ ਤੁਸੀਂ ਆਕਸੀਜਨ ਤੇ ਲਾਈਟ ਐਡ ਕਰਦੇ ਹੋ ਤਾਂ ਕੀ ਹੁੰਦਾ, ਜਿਹੜਾ ਇਹ ਆਕਸੀਜਨ ਹੈ ਮੀਨਸ O2 ਹੈਗਾ, ਠੀਕ ਹੈ ਨਾ, ਇਹ ਕਿੱਥੇ ਚਲਾ ਜਾਂਦਾ ਹੈ? ਇਸ ਕਾਰਬਨ ਕੋਲੇ ਜਾ ਕੇ ਅਟੈਚ ਹੋ ਜਾਂਦਾ ਹੈ, ਓਕੇ। ਸੋ ਇੱਥੋਂ ਜਿਹੜਾ ਇੱਕ H ਜਿਹੜਾ ਰਿਮੂਵ ਹੋ ਜਾਏਗਾ, ਓਕੇ। H ਦੀ ਜਗ੍ਹਾ ਤੇ ਕੀ ਲੱਗ ਜੂਗਾ? H ਰਿਮੂਵ ਨਹੀਂ ਕਹਿ ਸਕਦੇ ਤੁਸੀਂ, ਇੱਥੇ ਬਸ ਇਹਦੀ ਜਿਹੜੀ O2 ਹੈ ਇੱਥੇ ਜਾ ਕੇ ਐਡਜਸਟ ਹੋ ਜਾਂਦਾ ਹੈ, ਓਕੇ। ਇਹ H ਤੁਸੀਂ ਨੀਚੇ ਸ਼ਿਫਟ ਕਰ ਦਿਓ, ਇੱਥੇ OH ਬਣ ਜਾਏਗਾ, ਠੀਕ ਹੈ ਨਾ। ਤਾਂ ਮੀਨਸ ਜਿਹੜੇ ਈਥਰਸ ਨੇ ਉਹ ਆਕਸੀਜਨ ਐਂਡ ਲਾਈਟ ਦੀ ਪ੍ਰੈਜ਼ੈਂਸ ਦੇ ਵਿੱਚ 1 ਇਥੋਕਸੀ ਇਥਾਈਲ ਹਾਈਡਰੋ ਪਰਆਕਸਾਈਡ ਜਿਹੜਾ ਹੈ ਪ੍ਰਪੇਅਰ ਕਰਦੇ ਨੇ, ਓਕੇ ਜੀ। ਈਥਰਸ ਆਰ ਕਾਲਡ ਲੂਇਸ ਬੇਸਿਸ, ਵੈਰੀ ਇੰਪੋਰਟੈਂਟ। ਜੋ ਈਥਰਸ ਨੇ ਪੇਪਰ 'ਚ ਇਹ ਵੀ ਪੁੱਛਿਆ ਜਾ ਸਕਦਾ ਹੈ ਕਿ ਈਥਰਸ ਆਰ ਕਾਲਡ ਲੂਇਸ ਬੇਸਿਸ, ਲੂਇਸ ਐਸਿਡਸ, ਓਕੇ। ਇੱਦਾਂ ਕੁਝ ਆਪਸ਼ਨਸ ਦੇ ਦਿੱਤੇ ਜਾਂਦੇ ਨੇ। ਤਾਂ ਲੂਇਸ ਜਿਹੜੇ ਈਥਰਸ ਨੇ ਲੂਇਸ ਬੇਸਿਸ ਦਾ ਕੰਮ ਕਰਦੇ ਨੇ, ਕਿਉਂਕਿ ਇਹਨਾਂ ਦੇ ਕੋਲੇ ਜੋ ਆਕਸੀਜਨ ਹੁੰਦਾ ਨਾ, ਇਹਨਾਂ ਦੇ ਕੋਲੇ ਜਿਵੇਂ ਤੁਹਾਡੇ ਕੋਲੇ ਫਾਰਮੂਲਾ ਹੁੰਦਾ ਹੈ ROR, ਠੀਕ ਹੈ। ਜਿਹੜਾ ਇੱਕ O ਹੈ ਇਹਦੇ ਕੋਲੇ 2 ਲੋਨ ਪੇਅਰ ਪ੍ਰੈਜ਼ੈਂਟ ਹੁੰਦੇ ਨੇ ਨਾ, ਇੱਕ ਲੋਨ ਪੇਅਰ ਇਹ ਹੋ ਗਿਆ, ਇੱਕ ਲੋਨ ਪੇਅਰ ਇਹ ਹੋ ਗਿਆ। ਇਹਦੇ ਕੋਲ 2 ਲੋਨ ਪੇਅਰ ਜਿਹੜੇ ਨੇ ਪ੍ਰੈਜ਼ੈਂਟ ਹੁੰਦੇ ਨੇ, ਜਿਹਦੀ ਵਜ੍ਹਾ ਦੇ ਨਾਲ ਇਹ ਲੂਇਸ ਬੇਸਿਸ ਦੀ ਤਰ੍ਹਾਂ ਐਕਟ ਕਰਦੇ ਨੇ। ਤੇ ਜਦੋਂ ਵੀ ਅਸੀਂ ਈਥਰਸ ਨੂੰ ਕਿਸੇ ਮਿਨਰਲ ਐਸਿਡ ਦੇ ਨਾਲ ਰਿਐਕਟ ਕਰਾਉਂਦੇ ਹਾਂ, ਹੁਣ ਮਿਨਰਲ ਐਸਿਡ ਕਿਹੜੇ ਹੁੰਦੇ ਨੇ? ਜਿਵੇਂ ਸਲਫਿਊਰਿਕ ਐਸਿਡ ਹੋ ਗਿਆ, HCl ਹੋ ਗਿਆ, ਠੀਕ ਹੈ ਨਾ, ਉਹਨਾਂ ਨਾਲ ਰਿਐਕਟ ਕਰਵਾਉਂਦੇ ਇਹਨੂੰ ਤਾਂ ਇਹ ਸਾਲਟ ਜਿਹੜੇ ਆ ਪ੍ਰੋਵਾਈਡ ਕਰਦੇ ਨੇ। ਔਰ ਕਿਹੜੀ ਸਾਲਟ? ਦੈਟ ਇਜ਼ ਓਗਜ਼ੋਨੀਅਮ, ਓਕੇ। ਓਗਜ਼ੋਨੀਅਮ ਸਾਲਟ ਦਿੰਦੇ ਨੇ ਇਹ ਸਾਨੂੰ। ਹੁਣ ਆਪਾਂ ਇਹਨਾਂ ਦੀ ਇੱਕ ਰਿਐਕਸ਼ਨ ਕਰਵਾ ਕੇ ਦੇਖ ਲੈਂਦੇ ਹਾਂ। ਈਥਰ ਸਾਡੇ ਕੋਲੇ ਹੈਗਾ, ਸਿੰਪਲ ਈਥਰ ਲਿਆ ਸੀ, ਉਹਦੇ ਵਿੱਚ ਅਸੀਂ ਸਲਫਿਊਰਿਕ ਐਸਿਡ ਐਡ ਕਰ ਰਹੇ ਹਾਂ ਜੋ ਕਿ ਸਾਡਾ ਮਿਨਰਲ ਐਸਿਡ ਹੈ। ਇੱਕ ਗੱਲ ਯਾਦ ਰੱਖਿਓ, ਇਹ ਕੋਲਡ ਕੰਸਨਟ੍ਰੇਟਡ ਹੈ, ਮੀਨਸ ਇਹ ਕੋਲਡ ਹੁੰਦਾ ਤੇ ਕੰਸਨਟ੍ਰੇਟਡ ਲੈਣਾ ਤੁਸੀਂ। ਇਹਦੇ ਵਿੱਚ ਕੀ ਹੁੰਦਾ, ਜੇਕਰ ਗੱਲ ਕਰੀ ਜਾਵੇ H ਪੋਜ਼ਿਟਿਵ ਹੁੰਦਾ ਨਾ ਇਹਦੇ ਅੰਦਰ, ਤਾਂ ਇਹ ਕੀ ਕਰੂਗਾ, ਜਿਹੜਾ ਇਹ ਲੋਨ ਪੇਅਰ ਹੈ ਆਕਸੀਜਨ ਕੀ ਕਰੂਗਾ, ਇਸ H ਪੋਜ਼ਿਟਿਵ ਨੂੰ ਮਤਲਬ ਆਪਣੇ ਨਾਲ ਅਟੈਚ ਕਰੇਗਾ, ਠੀਕ ਹੈ। ਆਪਣੇ ਨਾਲ ਅਟੈਚ ਕਰੇਗਾ ਤਾਂ ਦੇਖ ਸਕਦੇ ਹੋ ਤੁਸੀਂ ਕੀ ਬਣ ਜਾਏਗਾ, ਠੀਕ ਹੈ ਨਾ। ਤਾਂ ਦੈਟ ਮੀਨ ਇਹ ਕੀ ਬਣ ਜੂ, ਇਹਨੇ H ਨੂੰ ਆਪਣੇ ਨਾਲ ਅਟੈਚ ਕਰਵਾਇਆ, ਇੱਥੇ H ਲੱਗ ਗਿਆ, ਤਾਂ ਇੱਥੇ ਇੱਕ ਪੋਜ਼ਿਟਿਵ ਚਾਰਜ ਵੀ ਤੁਸੀਂ ਲਗਾ ਲਿਓ, ਠੀਕ ਹੈ ਨਾ। ਤਾਂ ਦੈਟ ਮੀਨ ਜੋ ਇਹਦੇ ਵਿੱਚੋਂ ਬਾਕੀ ਦਾ ਪੋਰਸ਼ਨ ਹੈ ਉਹ ਸਾਈਡ ਤੇ ਰਹਿ ਜਾਊਗਾ। ਸੋ ਇਹ ਜਿਹੜਾ ਪ੍ਰੋਡਕਟ ਬਣਦਾ ਹੈ ਇਸੇ ਨੂੰ ਹੀ ਅਸੀਂ ਕੀ ਕਹਿੰਦੇ ਆ, ਡਾਈ ਇਥਾਈਲ ਓਗਜ਼ੋਨੀਅਮ ਹਾਈਡਰੋਜਨ ਸਲਫੇਟ। ਡਾਈ ਇਥਾਈਲ ਕਿਉਂ? ਕਿਉਂਕਿ ਤੁਸੀਂ ਦੇਖ ਸਕਦੇ ਹੋ 2 ਇਥਾਈਲ ਗਰੁੱਪਸ ਨੇ, ਠੀਕ ਹੈ ਨਾ। ਓਗਜ਼ੋਨੀਅਮ ਇਸ ਕਰਕੇ ਦੇਖੋ ਉਹਦੇ ਉੱਤੇ ਪੋਜ਼ਿਟਿਵ ਚਾਰਜ, ਓਗਜ਼ੋਨੀਅਮ, ਹਾਈਡਰੋਜਨ, ਠੀਕ ਹੈ, ਹਾਈਡਰੋਜਨ ਸਲਫੇਟ ਹੋ ਗਿਆ। ਇਹ ਸਾਰੇ ਨੂੰ ਹੀ ਤੁਸੀਂ ਕਹਿਣਾ ਇੱਥੋਂ ਤੋਂ ਲੈ ਕੇ ਇੱਥੇ ਤੱਕ, ਓਕੇ। ਇਹ ਸਾਰੇ ਨੂੰ ਹੀ ਹਾਈਡਰੋਜਨ ਸਲਫੇਟ, ਦਿਸ ਇਜ਼ ਹਾਈਡਰੋਜਨ ਸਲਫੇਟ, ਓਕੇ। ਦਿਸ ਇਜ਼ ਡਾਈ ਇਥਾਈਲ ਓਗਜ਼ੋਨੀਅਮ ਹਾਈਡਰੋਜਨ ਸਲਫੇਟ, ਓਕੇ। ਸੋ ਇਹ ਸਾਲਟ ਬਣ ਜਾਂਦਾ ਹੈ। ਅੱਗੇ ਹੈਗਾ ਕਿ ਈਥਰਸ ਜਿਹੜੇ ਨੇ ਉਹਨਾਂ ਦੀ ਰਿਐਕਸ਼ਨ ਕਰਵਾ ਰਹੇ ਹਾਂ ਅਸੀਂ ਲੂਇਸ ਐਸਿਡਸ ਨਾਲ। ਇਹ ਨਹੀਂ ਕਹਿਣਾ ਕਿ ਈਥਰਸ ਐਕਟ ਐਜ਼ ਲੂਇਸ ਐਸਿਡਸ, ਨੋ। ਈਥਰਸ ਜਿਹੜੇ ਨੇ, ਈਥਰਸ ਤਾਂ ਕੀ ਹੁੰਦੇ ਨੇ, ਲੂਇਸ ਬੇਸ ਹੁੰਦੇ ਨੇ। ਲੂਇਸ ਬੇਸ ਕਿਹਦੇ ਨਾਲ ਰਿਐਕਟ ਕਰੇਗਾ? ਲੂਇਸ ਐਸਿਡ ਨਾਲ ਰਿਐਕਟ ਕਰਵਾ ਕੇ ਦੇਖਦੇ ਹਾਂ। ਜਿੱਦਾਂ ਕਿ ਸਾਡੇ ਕੋਲੇ BF3 ਹੁੰਦਾ, ਦਿਸ ਇਜ਼ ਲੂਇਸ ਐਸਿਡ। ਇਹਦੇ ਨਾਲ ਅਸੀਂ ਰਿਐਕਸ਼ਨ ਇਹਦੀ ਕਰਵਾ ਕੇ ਦੇਖਦੇ ਹਾਂ। ਤੇ ਜਦੋਂ ਵੀ ਤੁਸੀਂ ਈਥਰ ਨੂੰ BF3 ਦੇ ਨਾਲ ਰਿਐਕਟ ਕਰਵਾਓਗੇ ਤਾਂ ਹੁੰਦਾ ਕੀ ਹੈ, ਇਹਨਾਂ ਦੇ ਵਿੱਚ ਮੀਨਸ O ਤੇ BF3 ਦੇ ਵਿੱਚ ਕੀ ਹੋਏਗਾ, ਇੱਥੇ ਇੱਕ ਕੋਆਰਡੀਨੇਸ਼ਨ ਬੌਂਡ ਬਣੇਗਾ, ਠੀਕ ਹੈ। ਤਾਂ ਕੋਆਰਡੀਨੇਸ਼ਨ ਬੌਂਡ ਬਣੇਗਾ ਤਾਂ ਤੁਸੀਂ ਦੇਖ ਸਕਦੇ ਹੋ ਪ੍ਰੋਡਕਟ ਕੀ ਬਣੇਗਾ, ਦੈਟ ਇਜ਼ ਬੋਰੋਨ ਟਰਾਈਫਲੋਰਾਈਡ। ਦਿਸ ਇਜ਼ ਬੋਰੋਨ ਟਰਾਈਫਲੋਰਾਈਡ ਐਥਰੇਟ। ਇਹਨੂੰ ਕੀ ਕਿਹਾ ਜਾਂਦਾ? ਦਿਸ ਇਜ਼ ਐਥਰੇਟ, ਦਿਸ ਇਜ਼ ਐਥਰੇਟ ਕੰਪਲੈਕਸ। ਜਿਵੇਂ ਕੋਆਰਡੀਨੇਸ਼ਨ ਕੰਪਲੈਕਸ ਬਣਦੇ ਹੁੰਦੇ ਆ, ਉਹ ਚੈਪਟਰ ਵੀ ਅਸੀਂ ਡਿਸਕਸ ਕੀਤਾ ਸੀ, ਉੱਥੇ ਕੋਆਰਡੀਨੇਸ਼ਨ ਬੌਂਡ ਹੀ ਬਣਦਾ, ਇਸ ਕਰਕੇ ਇਹਦਾ ਨਾਮ ਵੀ ਕੰਪਲੈਕਸ ਹੈ। ਨੈਕਸਟ ਗੱਲ ਕਰ ਸਕਦੇ ਹਾਂ ਈਥਰਸ ਵਿਦ ਗ੍ਰਿਗਨਾਰਡ ਰੀਏਜੈਂਟ।
ਜੇਕਰ ਕੋਈ ਈਥਰ ਹੈ ਅਗਰ ਉਹਨੂੰ ਗ੍ਰਿਗਨਾਟ ਰੀਏਜੈਂਟ ਨਾਲ ਐਡ ਕਰੀਏ ਤਾਂ ਕੀ ਪ੍ਰੋਡਕਟ ਬਣੇਗਾ। ਦੇਖੋ ਤੁਸੀਂ ਇੱਕ ਈਥਰ ਲੈ ਲਿਆ, ਓਕੇ ਈਥਰ ਲੈ ਲਿਆ ਤੇ ਈਥਰ ਦੋ ਮਤਲਬ ਇੱਥੇ ਦੋ ਪਾਇਆ ਹੋਇਆ ਤਾਂ ਦੈਟ ਮੀਨ ਤੁਸੀਂ ਦੋ ਈਥਰਸ ਲਏ ਨੇ। ਓਕੇ ਸੋ RMgX ਦੇ ਵਿੱਚ ਐਡ ਕੀਤਾ ਮੀਨਸ ਗ੍ਰਿਗਨਾਟ ਰੀਏਜੈਂਟ ਲਿਆ ਤਾਂ ਹੁੰਦਾ ਕੀ ਹੈ, ਜਦੋਂ ਇਹ ਇਹਦੇ ਨਾਲ ਰਿਐਕਟ ਕਰਦਾ ਹੈ ਤਾਂ ਸਾਡੇ ਕੋਲੇ ਬਣ ਜਾਂਦਾ ਹੈ ਗ੍ਰਿਗਨਾਟ ਰੀਏਜੈਂਟ ਐਥਰੇਟ। ਠੀਕ ਹੈ, ਗ੍ਰਿਗਨਾਟ ਰੀਏਜੈਂਟ ਐਥਰੇਟ ਤਾਂ ਜੇ ਦੇਖੋ ਇਹ ਚੀਜ਼ ਤਾਂ ਹੋ ਗਈ ਗ੍ਰਿਗਨਾਟ ਰੀਏਜੈਂਟ ਹੋ ਗਿਆ RMgX। ਓਕੇ ਇਹ ਜਿਹੜੇ ਦੋਨੋਂ ਇਹਦੇ ਨਾਲ ਅਟੈਚ ਹੋਏ ਨੇ ਇਹਨਾਂ ਨੂੰ ਕੀ ਕਿਹਾ ਜਾਂਦਾ, ਦੈਟ ਇਜ਼ ਐਥਰੇਟ। ਓਕੇ ਸੋ ਜਿਹੜਾ ਇਹ ਤੁਸੀਂ ਦੇਖ ਰਹੇ ਹੋ ਨਾ ਕੰਪਲੈਕਸ ਹਾਰਡ ਕੰਪਲੈਕਸ ਬਣਿਆ, ਇਹ ਕੰਪਲੈਕਸ ਦੀ ਗੱਲ ਕਰੀ ਜਾਵੇ ਤਾਂ ਇਹ ਪਾਣੀ ਦੇ ਵਿੱਚ ਸੋਲੂਬਲ ਇਨਸੋਲੂਬਲ ਹੁੰਦਾ ਹੈ ਐਂਡ ਸੋਲੂਬਲ ਹੁੰਦਾ ਹੈ ਈਥਰਸ ਦੇ ਵਿੱਚ। ਜੋ ਗ੍ਰਿਗਨਾਟ ਰੀਏਜੈਂਟਸ ਬੇਸਿਕਲੀ ਪ੍ਰਪੇਅਰ ਕੀਤੇ ਜਾਂਦੇ ਨੇ ਉਹ ਇਥਰੇਟਸ ਤੋਂ ਹੀ ਕੀਤੇ ਜਾਂਦੇ ਨੇ। ਓਕੇ ਵਾਟਰ ਤੋਂ ਪ੍ਰਪੇਅਰ ਨਹੀਂ ਕਰ ਸਕਦੇ, ਉਹਨਾਂ ਨੂੰ ਇਥਰੇਟਸ ਤੋਂ ਹੀ ਪ੍ਰਪੇਅਰ ਕੀਤਾ ਜਾਂਦਾ, ਇਸ ਕਰਕੇ ਇਹ ਕੀ ਹੁੰਦੇ ਨੇ ਵਾਟਰ ਦੇ ਵਿੱਚ ਤਾਂ ਇਹ ਇਨਸੋਲੂਬਲ ਹੁੰਦੇ ਨੇ, ਇਸ ਕਰਕੇ ਈਥਰ ਦੇ ਵਿੱਚ ਇਹ ਸੋਲੂਬਲ ਹੁੰਦੇ ਨੇ। ਈਥਰਸ ਵਿਦ ਹੈਲੋਜਨ ਐਸਿਡਸ, ਹੁਣ ਜਿਹੜੇ ਈਥਰਸ ਨੇ ਉਹਨਾਂ ਦੀ ਰਿਐਕਸ਼ਨ ਕਰਵਾਉਂਦੇ, ਬਹੁਤ ਇੰਟਰਸਟਿੰਗ ਰਿਐਕਸ਼ਨ ਐਂਡ ਇੰਪੋਰਟੈਂਟ ਵੀ ਹੈ ਕਿ ਈਥਰਸ ਨੂੰ ਅਗਰ ਹੈਲੋਜਨ ਐਸਿਡਸ ਨਾਲ ਰਿਐਕਟ ਕਰਵਾਈਏ ਤਾਂ ਹੁੰਦਾ ਕੀ ਹੈ। ਸਪੋਜ਼ ਦੇਖੋ ਮੇਰੇ ਕੋਲੇ ਸਿੰਪਲ ਜੋ ਹੈ ਆਰ, ਠੀਕ ਹੈ ਨਾ OR ਸਿੰਪਲ ਮੇਰੇ ਕੋਲੇ ਈਥਰ ਹੈ, ਮੈਨੇ ਇਹਨੂੰ ਹੈਲੋਜਨ ਐਸਿਡ ਦੇ ਵਿੱਚ ਐਡ ਕੀਤਾ। ਸਿੰਪਲੀ ਕੁਛ ਨਹੀਂ ਹੋਣਾ, ਇੱਥੋਂ ਜਿਹੜਾ ਬੌਂਡ ਹੈ ਬ੍ਰੇਕ ਹੋਊਗਾ ਮੀਨਸ ਕਾਰਬਨ ਆਕਸੀਜਨ ਜਿਹੜੀ ਕਾਰਬਨ ਤੇ ਆਕਸੀਜਨ ਦੀ ਹੈ ਉਹ ਕਲੀਵੇਜ ਹੋਏਗੀ। ਓਕੇ ਇੱਥੇ ਕਾਰਬਨ ਆਕਸੀਜਨ ਦੀ ਕਲੀਵੇਜ ਕਰ ਦੋ ਤਾਂ ਹੋਏਗਾ ਕੀ, ਇਹ ਨੈਗੇਟਿਵ ਪੋਰਸ਼ਨ ਹੈ ਇਹ ਪੋਜ਼ਿਟਿਵ ਨਾਲ ਅਟੈਚ ਹੋ ਜਾਏਗਾ, ਇਹ ਪੋਜ਼ਿਟਿਵ ਪੋਰਸ਼ਨ ਹੈ ਇਹ ਨੈਗੇਟਿਵ ਨਾਲ ਅਟੈਚ ਹੋ ਜਾਏਗਾ ਤਾਂ ਤੁਹਾਡੇ ਕੋਲ ਕੀ ਬਣ ਜਾਣਗੇ, ਦੋ ਪ੍ਰੋਡਕਟਸ ਬਣ ਕੇ ਆ ਜਾਣਗੇ। ਸੋ ਨੈਕਸਟ ਦੇਖ ਸਕਦੇ ਹੋ ਇੱਥੇ ਕੀ ਸੀਗਾ ਸਮਿਟ੍ਰਿਕਲ, ਇੱਥੇ ਹੁਣ ਅਨਸਿਮੈਟ੍ਰਿਕਲ ਹੈ। ਠੀਕ ਹੈ ਅਨਸਿਮੈਟ੍ਰਿਕਲ ਦੇ ਵਿੱਚ ਵੀ ਤੁਸੀਂ ਕੀ ਐਡ ਕੀਤਾ, ਦੈਟ ਇਜ਼ ਹੈਲੋਜਨ ਆਇਓਡਾਈਡ ਮੀਨਸ ਹਾਈਡਰੋਜਨ ਆਇਓਡਾਈਡ। ਦੈਟ ਇਜ਼ ਇੱਥੇ ਤੁਸੀਂ ਕੀ ਕੀਤਾ, ਬੌਂਡ ਨੂੰ ਬ੍ਰੇਕੇਜ ਕੀਤੀ, ਕਾਰਬਨ ਐਂਡ ਆਕਸੀਜਨ ਮਤਲਬ CO ਕਲੀਵੇਜ ਕੀਤੀ ਹੈ ਤੇ ਇਹਦੇ ਨਾਲ ਵੀ ਕੀ ਹੋਏਗਾ ਪੋਜ਼ਿਟਿਵ ਨਾਲ ਨੈਗੇਟਿਵ, ਨੈਗੇਟਿਵ ਨਾਲ ਪੋਜ਼ਿਟਿਵ ਜਿਹੜਾ ਹੈ ਅਟੈਚ ਹੋ ਕੇ ਪ੍ਰੋਡਕਟਸ ਬਣ ਜਾਣਗੇ। ਬਹੁਤ ਸਿੰਪਲ ਰਿਐਕਸ਼ਨ ਅਗਰ ਐਗਜ਼ਾਮ 'ਚ ਆ ਜਾਂਦੀ ਹੈ ਤਾਂ ਵੈਰੀ ਸਿੰਪਲ ਬਣ ਜਾਂਦੀ ਹੈ ਇਹ ਰਿਐਕਸ਼ਨ। ਤਾਂ ਈਜ਼ੀਲੀ ਤੁਸੀਂ ਬਸ ਕੀ ਕਰਨਾ ਹੈ, ਕਾਰਬਨ ਤੇ ਆਕਸੀਜਨ ਦੇਖਣਾ ਵੀ ਇਹ ਈਥਰ ਹੈ, ਬਿਲਕੁਲ ਈਥਰ ਦੇ ਵਿੱਚ ਜਦੋਂ ਹੈਲੋਜਨ ਐਸਿਡ ਐਡ ਹੁੰਦੇ ਨੇ ਤਾਂ ਪੋਜ਼ਿਟਿਵ ਨੈਗੇਟਿਵ ਬ੍ਰੇਕ ਕਰਕੇ ਇੱਕ ਐਕਸਚੇਂਜ ਕਰ ਦਿਓ, ਬਸ ਐਕਸਚੇਂਜ ਕਰ ਦੇਣਾ। ਓਕੇ ਐਕਸਚੇਂਜ ਕਰਕੇ ਆਇਨਸ ਜਿਹੜੇ ਬਣਦੇ ਨੇ ਤੇ ਉੱਥੋਂ ਪ੍ਰੋਡਕਟਸ ਜਿਹੜੇ ਨੇ ਨਿਕਲ ਕੇ ਆ ਜਾਣਗੇ। ਨੈਕਸਟ ਤੁਸੀਂ ਦੇਖ ਸਕਦੇ ਹੋ ਦੈਟ ਇਜ਼ ਇਹ ਵੀ ਇੱਕ ਈਥਰ ਹੈ। ਠੀਕ ਹੈ ਨਾ, ਇਹ ਵੀ ਕੀ ਹੈ, ਇੱਕ ਈਥਰ ਹੈ। ਓਕੇ ਸੋ ਇਹਦੇ ਵਿੱਚ ਕੀ ਹੈਗਾ ਤੁਸੀਂ ਦੇਖੋ ਦੈਟ ਇਜ਼ ਇਹ ਬਣ ਗਿਆ ਸਿੰਪਲ, ਇਹ ਵੀ ਇੱਕ R ਹੀ ਹੈ 3 ਡਿਗਰੀ ਹੈ, ਇੱਥੇ O ਆ ਗਿਆ, ਇਹ ਵੀ ਇੱਕ R ਹੈ। ਓਕੇ ਸੋ ਇਹਦੇ ਨਾਲ ਕੀ ਹੁੰਦਾ ਹੈ HI ਐਡ ਕਰੋਗੇ ਤਾਂ ਇਹਦਾ ਵੀ ਬੌਂਡ ਜਿਹੜਾ ਹੈ ਤੁਸੀਂ ਬ੍ਰੇਕ ਕਰਨਾ ਇੱਥੋਂ ਕਾਰਬਨ ਤੇ ਆਕਸੀਜਨ ਬੌਂਡ ਬ੍ਰੇਕੇਜ। ਤਾਂ ਤੁਸੀਂ ਕੀ ਕਰਨਾ, ਦੇਖੋ ਇੱਥੇ ਬਣ ਗਿਆ ਕਾਰਬੋਕੈਟਾਇਨ, ਇੱਥੇ ਪੋਜ਼ਿਟਿਵ ਚਾਰਜ ਆ ਜਾਊਗਾ। ਠੀਕ ਹੈ ਤਾਂ ਇੱਥੇ ਬਣ ਗਿਆ ਪੋਜ਼ਿਟਿਵ ਚਾਰਜ ਨਾਲ ਕਾਰਬੋਕੈਟਾਇਨ ਐਂਡ ਜੋ ਬਾਕੀ ਪੋਰਸ਼ਨ ਹੈ ਦੈਟ ਇਜ਼ ਕਾਰਬੇ ਐਨਾਇਨ। ਤਾਂ ਹੋਏਗਾ ਕਿ ਇਸ ਦੇ ਵਿੱਚ ਤੁਸੀਂ HI ਐਡ ਕੀਤਾ ਨਾ, ਇਹਦੇ ਵਿੱਚ HI ਐਡ ਕਰਨਾ। ਜਦੋਂ HI ਐਡ ਕਰੋਗੇ ਇਹਦੇ ਵਿੱਚ ਤਾਂ ਜਿਹੜਾ I ਹੈ I ਨੈਗੇਟਿਵ ਚਾਰਜ ਹੈ, ਇਸ ਪੋਜ਼ਿਟਿਵ ਕੋਲੇ ਆ ਕੇ ਕੀ ਹੋ ਜਾਏਗਾ, ਅਟੈਚ ਹੋ ਜਾਏਗਾ। ਠੀਕ ਹੈ ਇੱਥੇ ਤੁਸੀਂ ਦੇਖ ਸਕਦੇ ਹੋ ਦਿਸ ਇਜ਼ I। ਓਕੇ ਸੋ ਇਹਦੇ ਨਾਲ ਅਟੈਚ ਹੋ ਜਾਏਗਾ, ਇਹਦੀ ਫਾਰਮੇਸ਼ਨ ਜਿਹੜੀ ਹੈ ਪ੍ਰੋਡਕਟਸ ਦੀ ਬਣ ਜਾਏਗੀ। ਨੈਕਸਟ ਹੈ ਜੀ ਐਨੀਸੋਲ, ਦਿਸ ਇਜ਼ ਐਨੀਸੋਲ। ਓਕੇ ਇਹਨੂੰ ਐਨੀਸੋਲ ਕਿਹਾ ਜਾਂਦਾ ਹੈ। ਓਕੇ ਜੇਕਰ ਆਪਣੇ ਕੋਲੇ ਸਿੰਪਲੀ ਐਲੀਫੈਟਿਕ ਹੈ ROR ਡੈਸ਼, ਇਹ ਤਾਂ ਐਲੀਫੈਟਿਕ ਆ ਜਾਂਦੇ ਨੇ। ਹੁਣ ਇਹ ਥੋੜੇ ਐਰੋਮੈਟਿਕ ਫਾਰਮ 'ਚ ਆ ਗਏ, ਬੈਨਜੀਨ ਦੇ ਨਾਲ O ਦੇ ਨਾਲ ਬੌਂਡ ਐਂਡ R ਗਰੁੱਪ ਲੱਗਿਆ ਹੋਇਆ ਹੈ, ਤੁਸੀਂ ਲਰਨ ਕਰ ਲਓ। ਇਹਨੂੰ ਕਿਹਾ ਜਾਂਦਾ ਹੈ ਐਨੀਸੋਲ। ਐਨੀਸੋਲ 'ਚ ਅਗਰ HI ਐਡ ਕਰਦੇ ਹਾਂ ਤਾਂ ਕੀ ਹੋਏਗਾ ਸਾਡੇ ਕੋਲ, ਦੈਟ ਇਜ਼ ਅਗੇਨ ਕਾਰਬਨ ਆਕਸੀਜਨ ਬੌਂਡ ਦੀ ਬ੍ਰੇਕੇਜ। ਠੀਕ ਹੈ ਨਾ, ਬ੍ਰੇਕੇਜ ਕਰ ਦੋ ਤੇ H ਜਿਹੜਾ ਹੈ ਇੱਥੇ H ਆ ਜਾਏਗਾ, ਇੱਥੇ ਨੈਗੇਟਿਵ ਆਜੂ, ਇੱਥੇ ਪੋਜ਼ਿਟਿਵ ਆਜੂ, H ਜਿਹੜਾ ਹੈ ਉਹ ਇੱਥੇ ਅਟੈਚ ਹੋ ਜਾਏਗਾ ਜਾ ਕੇ, ਹੈ ਨਾ। ਤੇ ਉਸ ਤੋਂ ਬਾਅਦ ਜਿਹੜਾ ਬਾਕੀ ਦਾ ਪੋਰਸ਼ਨ ਹੈ ਉਹ ਰਿਮੂਵ ਹੋ ਜਾਏਗਾ। ਨੈਕਸਟ ਗੱਲ ਕਰਦੇ ਹਾਂ ਈਥਰਸ ਦੀ ਰਿਐਕਸ਼ਨ ਕਰਵਾ ਰਹੇ ਹਾਂ ਅਸੀਂ ਵਾਟਰ ਤੇ ਸਲਫਿਊਰਿਕ ਐਸਿਡ ਨਾਲ। ਇਹਦੇ ਵਿੱਚ ਵੀ ਉਹੀ ਹੈ ਰਿਐਕਸ਼ਨ ਸੇਮ ਹੀ ਬਣੂਗੀ, ਦਿਸ ਇਜ਼ ਈਥਰ। ਠੀਕ ਹੈ ਨਾ, ਅਗਰ ਈਥਰ ਦੀ ਬੌਂਡ ਇੱਥੋਂ ਬ੍ਰੇਕ ਕਰਦੇ ਹਾਂ ਅਸੀਂ ਤਾਂ ਕੀ ਹੁੰਦਾ ਹੈ, ਇਸ ਪੋਰਸ਼ਨ ਕੋਲੇ ਨੈਗੇਟਿਵ ਚਾਰਜ, ਇਸ ਪੋਰਸ਼ਨ ਕੋਲੇ ਪੋਜ਼ਿਟਿਵ ਚਾਰਜ ਐਂਡ ਵਾਟਰ ਦੇ ਨਾਲ ਰਿਐਕਟ ਕਰਾ ਰਹੇ ਹਾਂ। ਵਾਟਰ ਕੋਲੇ ਵੀ ਦੋ ਹੁੰਦੇ ਨੇ ਨਾ ਆਇਨਸ, ਦੈਟ ਇਜ਼ H ਪੋਜ਼ਿਟਿਵ ਐਂਡ OH ਨੈਗੇਟਿਵ। ਓਕੇ ਦੈਟ ਇਜ਼ OH ਪੋਜ਼ਿਟਿਵ ਓਕੇ ਐਂਡ OH ਨੈਗੇਟਿਵ। ਇੱਥੇ ਦੁਬਾਰਾ ਲਿਖ ਲੈਂਦੇ ਹਾਂ, ਦੈਟ ਇਜ਼ H ਪੋਜ਼ਿਟਿਵ
OH ਨੈਗੇਟਿਵ। ਓਕੇ ਜੀ। ਸੋ ਇਹਦੇ ਨਾਲ ਕੀ ਹੋਏਗਾ, ਜਿਹੜਾ ਨੈਗੇਟਿਵ ਪਾਰਟ ਹੈ ਉਹ ਇਹਦੇ ਪੋਜ਼ਿਟਿਵ ਪਾਰਟ ਨਾਲ ਰਿਐਕਟ ਕਰੇਗਾ, ਜਿਹੜਾ ਇਹਦਾ ਪੋਜ਼ਿਟਿਵ ਪਾਰਟ ਹੈ ਉਹਦੇ ਨੈਗੇਟਿਵ ਪਾਰਟ ਨਾਲ ਅਟੈਚ ਹੋ ਜਾਏਗਾ, ਰਿਐਕਟ ਕਰੇਗਾ। ਤੁਸੀਂ ਦੇਖ ਸਕਦੇ ਹੋ ਸਿੰਪਲ ਪ੍ਰੋਡਕਟਸ ਬਣਨਗੇ। ਬਸ ਇਹਨਾਂ ਦੇ ਤੁਸੀਂ ਆਇਨਸ ਬਣਾ ਲੈਣੇ ਨੇ, ਇਹਦੇ ਆਇਨਸ ਬਣਾ ਲੈਣੇ ਨੇ, ਐਕਸਚੇਂਜ ਕਰ ਦੇਣਾ। ਠੀਕ ਹੈ, ਇਹਦਾ ਪੋਜ਼ਿਟਿਵ ਜਿਹੜਾ ਹੈ ਇਹਦੇ ਨੈਗੇਟਿਵ ਨਾਲ, ਇਹਦਾ ਨੈਗੇਟਿਵ ਜਿਹੜਾ ਹੈ ਇਹਦੇ ਪੋਜ਼ਿਟਿਵ ਨਾਲ ਅਟੈਚ ਹੋ ਜਾਏਗਾ, ਤਾਂ ਤੁਸੀਂ ਪ੍ਰੋਡਕਟਸ ਸਿੰਪਲੀ ਦੇਖ ਸਕਦੇ ਹੋ। ਨੈਕਸਟ ਗੱਲ ਕਰਦੇ ਹਾਂ ਈਥਰਸ ਦੀ, ਕਿਹਦੇ ਨਾਲ, ਵਿਦ PCl5। ਠੀਕ ਹੈ, ਫਾਸਫੋਰਸ ਕਲੋਰਾਈਡ, ਜੇ ਕਲੋਰਾਈਡ ਨਾਲ ਇਹਦੀ ਰਿਐਕਸ਼ਨ ਕਰਵਾ ਰਹੇ ਹਾਂ, ਦਿਸ ਇਜ਼ ਈਥਰ। ਓਕੇ, ਇਹਦੇ ਨਾਲ ਕੀ ਹੋਏਗਾ, ਇਹ ਈਥਰ ਦੇ ਵਿੱਚ ਅਸੀਂ PCl5 ਜਿਹੜਾ ਹੈ ਯੂਜ਼ ਕਰ ਰਹੇ ਹਾਂ, ਤਾਂ ਹੋਏਗਾ ਕੀ, ਦੇਖੋ ਇੱਥੋਂ ਜਿਹੜਾ ਹੈ ਇੱਥੇ ਬੌਂਡ ਜਿਹੜਾ ਹੈ ਬ੍ਰੇਕ ਹੋਏਗਾ। ਠੀਕ ਹੈ, ਕੀ ਹੋਏਗਾ, ਇੱਥੋਂ ਵੀ ਬੌਂਡ ਬ੍ਰੇਕ ਹੋਏਗਾ, ਇੱਥੋਂ ਵੀ ਬੌਂਡ ਬ੍ਰੇਕ ਹੋਏਗਾ। ਇੱਥੋਂ ਕੀ ਹੋਏਗਾ, ਜਿਹੜਾ Cl ਹੈ ਨਾ, ਇੱਕ Cl ਇਹਦੇ ਨਾਲ ਅਟੈਚ ਹੋ ਜਾਏਗਾ, ਇੱਕ Cl ਇਹਦੇ ਨਾਲ ਅਟੈਚ ਹੋ ਜਾਏਗਾ। PCl5 ਜਦੋਂ ਅਸੀਂ ਈਥਰਸ ਦੇ ਵਿੱਚ ਐਡ ਕਰ ਰਹੇ ਹਾਂ, ਉਦੋਂ ਇਹ ਰਿਐਕਸ਼ਨ ਤੁਸੀਂ ਕਰਨੀ ਆ। ਇੱਕ Cl ਇਹਦੇ ਨਾਲ ਅਟੈਚ ਹੋ ਜਾਏਗਾ, ਇੱਕ Cl ਇਹਦੇ ਨਾਲ ਅਟੈਚ ਹੋ ਜਾਏਗਾ। ਤੁਸੀਂ ਦੇਖ ਸਕਦੇ ਹੋ ਦੋ ਜਿਹੜੇ ਨੇ ਤੁਹਾਨੂੰ ਮਿਲ ਜਾਣਗੇ। ਐਂਡ ਜਿਹੜਾ ਇਹ ਵਾਲਾ O ਹੈ ਹਨਾ, ਇਹ ਇੱਥੋਂ ਰਿਮੂਵ ਹੋ ਕੇ ਇਹਦੇ ਕੋਲ ਆ ਜਾਏਗਾ। ਠੀਕ ਹੈ ਨਾ, ਕਿੰਨੇ ਬਣ ਜਾਣਗੇ ਇਹਦੇ ਕੋਲੇ, PO, Cl ਕਿੰਨੇ ਰਹਿ ਜਾਣਗੇ, 3, ਕਿਉਂਕਿ ਦੋ ਤਾਂ ਅਸੀਂ ਇੱਕ ਤਾਂ ਇਹਨੂੰ ਦੇਤਾ, ਇੱਕ ਤੇ ਇਹਨੂੰ ਦੇਤਾ, ਸੋ ਜਿਹੜੇ 3 ਨੇ ਉਹ ਰਿਮੇਨਿੰਗ ਬਚ ਜਾਣਗੇ। ਨੈਕਸਟ ਗੱਲ ਕਰਦੇ ਹਾਂ ਈਥਰਸ ਵਿਦ CH3COCl। ਇਹ ਜਿਹੜਾ ਹੈ ਕੰਪਾਊਂਡ ਐਵੇਂ ਲੱਗਦਾ ਨਾ ਜਿੱਦਾਂ ਦੇਖਿਆ ਹੁੰਦਾ CH3COCl, ਕਿੰਨੀ ਵਾਰੀ ਤਾਂ ਕੀਤਾ ਅਸੀਂ ਡਿਸਕਸ ਕਿ ਇਹ ਕਿਹੜਾ ਪ੍ਰੋਸੈਸ ਹੁੰਦਾ, ਦੈਟ ਇਜ਼ ਐਸਾਈਲੇਸ਼ਨ। ਇਹ ਐਸਾਈਲੇਸ਼ਨ ਦੇ ਵਿੱਚ ਆਉਂਦਾ। ਐਸਾਈਲੇਸ਼ਨ ਦੇ ਵਿੱਚ ਅਸੀਂ ਇਹੀ ਯਾਦ ਰੱਖਣਾ ਹੁੰਦਾ, ਕੀ ਯਾਦ ਰੱਖਣਾ ਹੁੰਦਾ, CH3COCl। ਸੋ ਇਹਦੀ ਵੀ ਰਿਐਕਸ਼ਨ ਕਰਵਾ ਦਿੰਦੇ ਆ ਕਿ ਕਿਵੇਂ ਜਿਹੜਾ ਹੈ ਰਿਐਕਟ ਕਰਦਾ ਇਹ ਈਥਰਸ ਦੇ ਨਾਲ। ਠੀਕ ਹੈ ਨਾ, ਸੋ ਈਥਰਸ ਦੇ ਵਿੱਚ ਇਹਨੂੰ ਐਡ ਕਰੋ ਇਸ ਨੂੰ। ਹੁਣ ਜੇਕਰ ਅਸੀਂ ਈਥਰਸ ਦੇ ਦੇਖੀਏ, ਇੱਥੋਂ ਬੌਂਡ ਬ੍ਰੇਕ ਕਰਦੇ ਹਾਂ ਤਾਂ ਇਹਦੇ ਕੋਲੇ ਪੋਜ਼ਿਟਿਵ ਚਾਰਜ ਹੁੰਦਾ, ਇਹਦੇ ਕੋਲੇ ਨੈਗੇਟਿਵ ਚਾਰਜ ਹੁੰਦਾ। ਜੇਕਰ CH3COCl ਨੂੰ ਬ੍ਰੇਕ ਕਰਦੇ ਹਾਂ ਤਾਂ ਇਹਦੇ ਕੋਲੇ ਨੈਗੇਟਿਵ ਚਾਰਜ ਹੁੰਦਾ, ਇਹਦੇ ਕੋਲੇ ਪੋਜ਼ਿਟਿਵ ਚਾਰਜ ਹੁੰਦਾ। ਬਸ ਇਹਦਾ ਨੈਗੇਟਿਵ ਇਹਦੇ ਪੋਜ਼ਿਟਿਵ ਨਾਲ ਅਟੈਚ ਕਰ ਦਿਓ, ਇਹਦਾ ਪੋਜ਼ਿਟਿਵ ਇਹਦੇ ਨੈਗੇਟਿਵ ਨਾਲ ਅਟੈਚ ਕਰ ਦਿਓ, ਤੇ ਤੁਹਾਡੇ ਕੋਲੇ ਕੀ ਆ ਜਾਏਗੀ, ਰਿਐਕਸ਼ਨ। ਮਤਲਬ ਦੋ ਪ੍ਰੋਡਕਟਸ, ਪ੍ਰੋਡਕਟ ਨੰਬਰ 1 ਐਂਡ ਪ੍ਰੋਡਕਟ ਨੰਬਰ 2। ਜਦੋਂ ਵੀ ਤੁਸੀਂ CH3COCl ਨਾਲ ਰਿਐਕਟ ਕਰਾਓਗੇ, ਤੁਹਾਡੇ ਕੋਲੇ ਦੋ ਜਿਹੜੇ ਨੇ ਉਹ ਪ੍ਰੋਡਕਟਸ ਬਣਦੇ ਨੇ, ਇਥਾਈਲ ਕਲੋਰਾਈਡ ਐਂਡ ਇਥਾਈਲ ਈਥੇਨੋਇਟ। ਇਥਾਈਲ ਈਥੇਨੋਇਟ ਨੂੰ ਤਾਂ ਅਸੀਂ ਐਸਟਰਸ ਕਹਿੰਦੇ ਆ, ਜਿਹਦਾ ਫਾਰਮੂਲਾ ਕੀ ਹੁੰਦਾ ਹੈ, RCOOR-। ਓਕੇ ਜੀ। ਸੋ ਯਾਦ ਰੱਖਣਾ ਤੁਸੀਂ, ਇਹਦੇ ਵਿੱਚ ਦੋ ਪ੍ਰੋਡਕਟਸ ਬਣਨਗੇ। ਜੇਕਰ ਅਸੀਂ ਐਨਹਾਈਡਰਾਈਡਸ ਦੀ ਗੱਲ ਕਰਦੇ ਹਾਂ, ਜਿਸ ਨੂੰ ਅਸੀਂ ਐਲਕਾਈਲੇਸ਼ਨ ਦੇ ਨਾਮ ਨਾਲ ਜਾਣਦੇ ਹਾਂ, ਦਿਸ ਇਜ਼ ਐਲਕਾਈਲੇਸ਼ਨ। ਐਲਕਾਈਲੇਸ਼ਨ ਦੇ ਵਿੱਚ ਤੁਸੀਂ ਕੀ ਯਾਦ ਰੱਖਣਾ ਹੁੰਦਾ ਹੈ, ਦੈਟ ਇਜ਼ ਦਿਸ ਰਿਐਕਟੈਂਟ। ਓਕੇ, CH3COCOCH3, ਇਹ ਯਾਦ ਤੁਸੀਂ ਰੱਖਣਾ ਹੁੰਦਾ। ਇਹਨੂੰ ਕਿੱਦਾਂ ਲਿਖਿਆ ਜਾ ਸਕਦਾ, ਜੇ ਸ਼ਾਰਟ ਫਾਰਮ ਦੇ ਵਿੱਚ ਵੀ ਲਿਖੀਏ ਇਹਨੂੰ, ਦੈਟ ਇਜ਼ ਇਕੁਅਲ ਟੂ CH3COO, ਕਿੰਨੀ ਵਾਰ ਹੈ, 2 ਵਾਰ। ਠੀਕ ਹੈ ਨਾ, ਤੋ ਤੁਸੀਂ ਇਹਨੂੰ ਦੇਖ ਸਕਦੇ ਹੋ। ਸੋ ਇਹਦੇ ਨਾਲ ਜਦੋਂ ਤੁਸੀਂ ਰਿਐਕਟ ਕਰਾਓਗੇ ਤਾਂ ਮੇਨਲੀ ਤੁਸੀਂ ਇਹਦੇ ਵਿੱਚ ਇੰਨਾ ਯਾਦ ਰੱਖਣਾ ਹੈ ਵੀ ਦੋ ਜਿਹੜੇ ਨੇ ਐਸਟਰ ਬਣਨਗੇ, ਮਤਲਬ ਬਣਦੇ 'ਚ ਸਿਰਫ ਐਸਟਰਸ ਹੀ ਨੇ। ਠੀਕ ਹੈ ਨਾ, ਦੋ ਐਸਟਰਸ ਦੀ ਫੋਰਮੇਸ਼ਨ ਇਹਦੇ ਵਿੱਚ ਹੁੰਦੀ ਹੈ। ਠੀਕ ਹੈ ਜੀ। ਨੈਕਸਟ ਗੱਲ ਕਰਦੇ ਆ ਹੈਲੋਜੀਨੇਸ਼ਨ। ਹੈਲੋਜੀਨੇਸ਼ਨ ਦੇ ਵਿੱਚ ਕੀ ਕਰਨਾ ਹੁੰਦਾ, ਸਿੰਪਲ ਈਥਰਸ ਦੇ ਵਿੱਚ ਅਗਰ ਐਗਜ਼ਾਮ ਦੇ ਵਿੱਚ ਤੁਹਾਨੂੰ ਪੁੱਛਿਆ ਕਿ Cl2 ਐਡ ਕਰੀਏ ਤਾਂ ਕੀ ਹੋਏਗਾ। Cl2 ਐਡ ਕਰਨਾ ਤਾਂ ਇੱਥੇ ਜਦੋਂ ਤੁਸੀਂ ਇਹਨੂੰ ਇਹਦੇ ਨਾਲ ਐਡ ਕਰੋਗੇ ਤਾਂ ਤੁਸੀਂ ਕੀ ਕਰਨਾ ਹੋਏਗਾ, ਈਥਰਸ ਦੇ ਵਿੱਚੋਂ ਇੱਕ H ਜਿਹੜਾ ਹੈ ਉਹ ਰਿਮੂਵ ਹੋਏਗਾ, ਇੱਥੋਂ H ਨਿਕਲੇਗਾ ਕੋਈ ਵੀ, ਤੇ Cl ਨਾਲ ਚਲਾ ਜਾਏਗਾ। ਠੀਕ ਹੈ ਨਾ, ਮਤਲਬ HCl ਰਿਮੂਵ ਹੋ ਜਾਏਗਾ, ਤੇ ਇੱਕ Cl ਜਿਹੜਾ ਹੈ ਇੱਥੋਂ ਮੀਨਸ ਤੁਸੀਂ ਐ ਲਗਾ ਲਓ ਵੀ ਇੱਥੋਂ H ਜਿਹੜਾ ਹੈ ਉਹ ਬਾਹਰ ਚਲਾ ਗਿਆ। ਠੀਕ ਹੈ ਨਾ, Cl ਜਿਹੜਾ ਹੈ ਇੱਥੇ ਆ ਕੇ ਅਟੈਚ ਹੋ ਗਿਆ, ਤਾਂ ਤੁਸੀਂ ਦੇਖ ਸਕਦੇ ਹੋ ਇਹ ਪ੍ਰੋਡਕਟ ਬਣ ਜਾਂਦਾ ਹੈ। ਅਗੇਨ ਤੁਸੀਂ ਇਹਦੇ ਵਿੱਚ Cl2 ਯੂਜ਼ ਕਰਦੇ ਹੋ, ਜਦੋਂ ਵੀ ਦੁਬਾਰਾ Cl2 ਯੂਜ਼ ਕਰੋਗੇ ਤਾਂ ਇੱਥੋਂ ਕੀ ਹੋਊਗਾ, ਇੱਕ H ਹੋਰ ਰਿਮੂਵ ਹੋ ਜਾਏਗਾ, ਇੱਥੇ ਕੀ ਲੱਗ ਜਾਏਗਾ, Cl ਆ ਕੇ ਅਟੈਚ ਹੋ ਜਾਏਗਾ, ਤਾਂ ਤੁਸੀਂ ਦੇਖ ਸਕਦੇ ਹੋ ਪ੍ਰੋਡਕਟ। ਠੀਕ ਹੈ ਜੀ। ਸੋ ਇਸ ਪ੍ਰੋਡਕਟ ਦਾ ਨਾਮ ਕੀ ਹੁੰਦਾ, ਡਾਈਕਲੋਰੋ ਡਾਈ ਇਥਾਈਲ ਈਥਰ। ਠੀਕ ਹੈ। ਨੈਕਸਟ ਦੇਖੋ ਜੀ, ਅਗਰ ਵੀਡੀਓ ਪਸੰਦ ਆ ਰਹੀ ਹੈ ਤਾਂ ਲਾਈਕ ਜ਼ਰੂਰ ਕਰ ਦਿਓ। ਠੀਕ ਹੈ, ਸਬਸਕ੍ਰਾਈਬ ਕਰ ਦਿਓ, ਕਮੈਂਟ ਕਰ ਦਿਓ ਕਿ ਹਾਂਜੀ ਮੈਮ ਸਮਝ ਆ ਰਿਹਾ ਹੈ। ਜਿੱਥੇ ਵੀ ਕੋਈ ਪ੍ਰੋਬਲਮ ਤੁਹਾਨੂੰ ਲੱਗ ਰਹੀ ਹੈ ਉਹ ਵੀ ਤੁਸੀਂ ਜਿਹੜਾ ਆਪਣੇ ਕਮੈਂਟ ਬਾਕਸ ਦੇ ਵਿੱਚ ਠੀਕ ਹੈ ਦੱਸ ਸਕਦੇ ਹੋ। ਓਕੇ ਜੀ। ਸੋ ਨੈਕਸਟ ਗੱਲ ਕਰਦੇ ਹਾਂ ਐਕਸੈਸ ਆਫ ਕਲੋਰੀਨ ਐਂਡ ਲਾਈਟ।
ਅਗਰ ਅਸੀਂ ਈਥਰ ਦੇ ਵਿੱਚ ਕਲੋਰੀਨ ਐਡ ਕਰਦੇ ਹਾਂ, ਦੇਖੋ ਉੱਪਰ ਸਿੰਪਲ ਕਲੋਰੀਨ ਐਡ ਕੀਤੀ ਹੈ, ਇੰਪੋਰਟੈਂਟ ਰਿਐਕਸ਼ਨ ਹੈ। ਇਹਦੇ ਵਿੱਚ ਕੀ ਹੈ, ਤੁਸੀਂ 10 ਜਿਹੜੇ ਨੇ ਕਲੋਰੀਨ ਐਡ ਕਰ ਰਹੇ ਹੋ, ਠੀਕ ਹੈ ਨਾ, 10 ਐਟਮਸ ਆਫ ਕਲੋਰੀਨ ਜਿਹੜੇ ਨੇ ਐਡ ਕੀਤੇ ਜਾ ਰਹੇ ਨੇ। ਤਾਂ ਹੋਏਗਾ ਕੀ, ਇਹਦੇ ਵਿੱਚ ਜਦੋਂ ਤੁਸੀਂ ਐਡ ਕਰੋਗੇ ਤਾਂ ਤੁਹਾਡੇ ਕੋਲ ਜਿਹੜਾ ਪ੍ਰੋਡਕਟ ਬਣੇਗਾ ਦੈਟ ਇਜ਼ ਦਿਸ। ਦੇਖੋ ਸਾਰੇ Cl ਰਿਮੂਵ ਕਰਤੇ, ਸਾਰੇ ਜਿਹੜੇ ਨੇ, ਸੌਰੀ H ਰਿਮੂਵ ਕਰਤੇ। ਇੱਥੇ 3H ਸੀਗੇ, ਦੇਖੋ ਕਿੰਨੇ ਹੋ ਗਏ, 3 4 5 5 ਇੱਧਰ ਨੇ, ਹੈ ਨਾ, 5 ਇੱਧਰ ਹੋ ਗਏ, ਸੌਰੀ 1 ਮਿੰਟ, ਦੈਟ ਇਜ਼ ਯੈਸ 5 ਇੱਧਰ ਹੋ ਗਏ ਹਾਈਡਰੋਜਨ, 5 ਇੱਧਰ ਹੋ ਗਏ। 10 ਕਲੋਰੀਨ ਐਡ ਕੀਤੇ ਨੇ ਤਾਂ 10 ਦੇ 10 ਜਿਹੜੇ ਨੇ ਹਾਈਡਰੋਜਨ ਕੀ ਹੋ ਜਾਣਗੇ, ਰਿਮੂਵ ਹੋ ਜਾਣਗੇ, ਤੇ ਉਹਦੀ ਜਗ੍ਹਾ ਤੇ ਕੀ ਆ ਜਾਏਗਾ, Cl, ਤੇ ਇਹਦਾ ਨਾਮ ਕੀ ਹੁੰਦਾ ਹੈ, ਦੈਟ ਇਜ਼ ਪਰ ਕਲੋਰੋ ਡਾਈ ਇਥਾਈਲ ਈਥਰ, ਪਰ ਕਲੋਰੋ ਡਾਈ ਇਥਾਈਲ ਈਥਰ। ਈਥਰਸ ਆਰ ਔਰਥੋ ਪੈਰਾ ਡਾਇਰੈਕਟਿੰਗ। ਹੁਣ ਦੇਖੋ ਤੁਸੀਂ ਐਲੀਫੈਟਿਕ ਦੀ ਗੱਲ ਕੀਤੀ ਹੈ, ਹੁਣ ਅਸੀਂ ਥੋੜਾ ਜਿਹਾ ਐਰੋਮੈਟਿਕ ਦੀ ਗੱਲ ਕਰ ਲੈਂਦੇ ਕਿ ਜੋ ਐਰੋਮੈਟਿਕ ਈਥਰਸ ਹੁੰਦੇ ਨੇ ਉਹ ਕਿਹਦੇ ਨਾਲ ਰਿਐਕਟ ਕਰਦੇ ਨੇ, ਜਾਂ ਕਿਹੜੀਆਂ ਰਿਐਕਸ਼ਨ ਜਿਹੜੀਆਂ ਨੇ ਉਹ ਪੋਸੀਬਲ ਹੈਗੀਆਂ ਨੇ। ਪਹਿਲੀ ਗੱਲ ਤਾਂ ਤੁਸੀਂ ਇਹ ਯਾਦ ਰੱਖਣਾ ਹੈ ਕਿ ਈਥਰ ਜਿਹੜੇ ਹੁੰਦੇ ਨੇ ਉਹ ਔਰਥੋ ਪੈਰਾ ਡਾਇਰੈਕਟਿੰਗ ਗਰੁੱਪਸ ਹੁੰਦੇ ਨੇ। ਮੀਨਸ ਔਰਥੋ ਪੈਰਾ ਜਿਹੜੀ ਪੋਜੀਸ਼ਨ ਹੈ ਉੱਥੇ ਇਲੈਕਟ੍ਰੋਨ ਡੈਂਸਿਟੀ ਜਿਹੜੀ ਹੈ ਜ਼ਿਆਦਾਤਰ ਸਾਨੂੰ ਮਿਲਦੀ ਹੈ। ਤਾਂ ਜਿਹੜਾ ਇਲੈਕਟ੍ਰੋਫਾਈਲ ਹੋਏਗਾ ਕਿਹੜੀ ਪੋਜੀਸ਼ਨ ਦੇ ਉੱਤੇ ਆ ਕੇ ਅਟੈਕ ਕਰੇਗਾ, ਔਰਥੋ ਐਂਡ ਪੈਰਾ। ਸੋ ਫਸਟ ਦੀ ਗੱਲ ਕਰ ਲੈਂਦੇ ਹਾਂ, ਹੈਲੋਜੀਨੇਸ਼ਨ ਦੇ ਵਿੱਚ ਤੁਸੀਂ ਲਿਆ ਈਥਰ ਐਕਚੁਅਲੀ ਇੱਥੇ ਈਥਰ ਨਹੀਂ ਕਹਾਂਗੇ, ਦਿਸ ਇਜ਼ ਐਨੀਸੋਲ, ਠੀਕ ਹੈ, ਕੈਟੇਗਰੀ ਈਥਰ ਦੀ ਵਿੱਚ ਹੈ ਬਟ ਐਰੋਮੈਟਿਕ ਫਾਰਮ ਦੇ ਵਿੱਚ ਗੱਲ ਕਰ ਰਹੇ ਹਾਂ, ਦਿਸ ਇਜ਼ ਐਨੀਸੋਲ। ਅਗਰ ਹੈਲੋਜੀਨੇਸ਼ਨ ਕਰ ਰਹੇ ਹਾਂ ਤਾਂ ਬ੍ਰੋਮੀਨ ਸਾਨੂੰ ਐਡ ਕਰ ਰਹੇ ਹਾਂ ਅਸੀਂ, ਤੇ ਇੱਕ Br ਜਿਹੜਾ ਹੈ ਔਰਥੋ ਪੋਜੀਸ਼ਨ ਤੇ ਲੱਗੂਗਾ, ਇੱਕ ਲੱਗੂਗਾ ਪੈਰਾ ਪੋਜੀਸ਼ਨ ਤੇ। ਜੇਕਰ ਨਾਮ ਦੇਖੀਏ ਇਹਨਾਂ ਦੇ ਹੁੰਦੇ ਨੇ ਔਰਥੋ ਬ੍ਰੋਮੋ ਐਨੀਸੋਲ, ਇਹਦਾ ਕੀ ਨਾਮ ਹੈ, ਪੈਰਾ ਬ੍ਰੋਮੋ ਐਨੀਸੋਲ, ਤੇ ਇਹ ਮੇਜਰ ਪ੍ਰੋਡਕਟ ਹੈ, ਮੀਨਸ ਇਹ ਜਿਹੜਾ ਹੈ ਜ਼ਿਆਦਾ ਅਮਾਊਂਟ ਦੇ ਵਿੱਚ ਬਣਦਾ ਹੈ। ਨੈਕਸਟ ਗੱਲ ਕਰਦੇ ਆ ਫਰੀਡਲ ਕਰਾਫਟ ਐਲਕਾਈਲੇਸ਼ਨ, ਵਰਡ ਯਾਦ ਰੱਖੋ, ਐਲਕਾਈਲੇਸ਼ਨ ਨੋਟ ਐਸਾਈਲੇਸ਼ਨ। ਐਸਾਈਲੇਸ਼ਨ 'ਚ ਅਸੀਂ CO ਵੀ ਯੂਜ਼ ਕਰਦੇ ਆ, ਬਟ ਇੱਥੇ CO ਨਹੀਂ, ਇੱਥੇ ਐਲਕਾਈਲੇਸ਼ਨ ਹੈ। ਇਹਦੇ ਵਿੱਚ ਕੀ ਹੈ, ਐਨੀਸੋਲ ਲਿਆ ਤੁਸੀਂ, CH3Cl ਐਡ ਕੀਤਾ, ਕਿਹਦੀ ਪ੍ਰੈਜ਼ੈਂਸ ਦੇ ਵਿੱਚ, ਮੋਸਟਲੀ ਕਿਹਦੀ ਪ੍ਰੈਜ਼ੈਂਸ ਦੇ ਵਿੱਚ ਹੁੰਦਾ ਹੈ, ਐਨਹਾਈਡਰਸ AlCl3, ਐਲੂਮੀਨੀਅਮ ਕਲੋਰਾਈਡ। ਸੋ ਹੋਏਗਾ ਕਿ ਜੋ ਇੱਥੋਂ CH ਹੈ ਨਾ ਉਹ ਕਿੱਥੇ ਆ ਜਾਏਗਾ, ਦੈਟ ਇਜ਼ ਔਰਥੋ ਪੋਜੀਸ਼ਨ ਤੇ, ਐਂਡ ਇੱਕ ਆ ਜਾਏਗਾ ਪੈਰਾ ਪੋਜੀਸ਼ਨ ਤੇ। ਇਹਨੂੰ ਰਿਮੂਵ ਕਰਕੇ ਦੇਖਿਆ ਕਰੋ ਨਾ, ਇੱਥੇ ਕਿਹੜਾ ਚਾਰਜ ਆ ਗਿਆ ਪੋਜ਼ਿਟਿਵ, ਇੱਥੇ ਕਿਹੜਾ ਚਾਰਜ ਆ ਗਿਆ ਨੈਗੇਟਿਵ। ਸੋ CH3 ਕੀ ਹੋਏਗਾ, ਦੈਟ ਇਜ਼ ਇਲੈਕਟ੍ਰੋਫਾਈਲ, ਐਂਡ ਕਿੱਥੇ ਜਾਏਗਾ, ਔਰਥੋ ਪੋਜੀਸ਼ਨ ਤੇ, ਐਂਡ ਇੱਕ ਜਾਊਗਾ ਪੈਰਾ ਪੋਜੀਸ਼ਨ ਤੇ। ਐਂਡ ਇਹਦਾ ਨਾਮ ਕੀ ਹੈ, 2-ਮੈਥੋਕਸੀਟੋਲੂਇਨ, ਇਹਦਾ ਨਾਮ ਕੀ ਹੈ, 4-ਮੈਥੋਕਸੀਟੋਲੂਇਨ। ਓਕੇ, ਇਹ ਟੋਲੂਇਨ ਹੁੰਦਾ ਹੈ, ਦੈਟ ਇਜ਼ ਤੁਸੀਂ ਯਾਦ ਰੱਖ ਸਕਦੇ ਹੋ, ਦੈਟ ਇਜ਼, ਅੱਛਾ ਇਹਦਾ ਨਾਮ 2-ਮੈਥੋਕਸੀ ਕਿਵੇਂ ਪਿਆ। ਸੋ ਦੇਖੋ ਇੱਥੇ ਤੁਸੀਂ ਇਹਨੂੰ 1 ਪੋਜੀਸ਼ਨ ਦੇਣੀ ਹੈ, ਦਿਸ ਇਜ਼ 1, ਦਿਸ ਇਜ਼ 2। ਓਕੇ, ਸੋ 2 ਤੇ ਕੀ ਹੈ, 2 ਤੇ ਪ੍ਰੈਜ਼ੈਂਟ ਹੈ ਜੀ ਮੈਥੋਕਸੀ। ਓਕੇ, ਦਿਸ ਇਜ਼ 1 2 3 4। ਓਕੇ, 4th ਪੋਜੀਸ਼ਨ ਤੇ ਮੈਥੋਕਸੀ ਗਰੁੱਪ ਪ੍ਰੈਜ਼ੈਂਟ ਹੈ, ਇਸ ਕਰਕੇ 4-ਮੈਥੋਕਸੀਟੋਲੂਇਨ। ਟੋਲੂਇਨ ਹੁੰਦਾ, ਉੱਪਰ CH3 ਗਰੁੱਪ ਲੱਗਿਆ ਹੁੰਦਾ। ਨੈਕਸਟ ਦੇਖ ਸਕਦੇ ਹੋ ਫਰੀਡਲ ਕਰਾਫਟ, ਦੈਟ ਇਜ਼ ਐਲਕਾਈਲੇਸ਼ਨ। ਸੋ ਇਹਦੇ ਵਿੱਚ ਐਲਕਾਈਲੇਸ਼ਨ ਨਹੀਂ ਆਏਗਾ, ਐਸਾਈਲੇਸ਼ਨ, ਐਲ ਵਰਡ ਕੱਟ ਦਿਓ। ਤਾਂ ਇਹਦੇ ਵਿੱਚ ਕੀ ਹੋਏਗਾ, ਤੁਸੀਂ ਐਨੀਸੋਲ ਲਿਆ, CH3COCl ਲਿਆ, ਤਾਂ ਇਹਦੇ ਵਿੱਚੋਂ ਤੁਸੀਂ ਇੱਥੋਂ ਦੇਖੋ ਪੋਜ਼ਿਟਿਵ, ਇਹ ਪੋਜ਼ਿਟਿਵ ਪਾਰਟ ਹੈ, ਨੈਗੇਟਿਵ। ਤਾਂ ਅਫਕੋਰਸ ਜੋ ਹੈ ਪੋਜ਼ਿਟਿਵ ਪਾਰਟ ਔਰਥੋ ਤੇ ਵੀ ਲੱਗੇਗਾ, ਪੋਜ਼ਿਟਿਵ ਪਾਰਟ ਜਿਹੜਾ ਹੈ ਉਹ ਕਿੱਥੇ ਲੱਗੇਗਾ, ਪੈਰਾ ਤੇ ਵੀ ਲੱਗੇਗਾ। ਤਾਂ ਤੁਸੀਂ ਦੇਖ ਸਕਦੇ ਹੋ ਆਪਾਂ ਇਹਨੂੰ ਲਗਾ ਚੁੱਕੇ ਹਾਂ। ਇਹਦਾ ਨਾਮ ਕੀ ਹੋਏਗਾ, ਦੈਟ ਇਜ਼ 2-ਮੈਥੋਕਸੀ। ਓਕੇ, ਦਿਸ ਇਜ਼ 2 ਪੋਜੀਸ਼ਨ ਯਾਦ ਰੱਖਣਾ, ਦਿਸ ਇਜ਼ 1, ਓਕੇ 1, ਦਿਸ ਇਜ਼ 2, ਦੈਟ ਇਜ਼ 2-ਮੈਥੋਕਸੀ ਐਸੀਟੋਫਿਨੋਨ। ਓਕੇ, ਇਹ ਜਿਹੜਾ ਹੁੰਦਾ ਦਿਸ ਇਜ਼ ਐਸੀਟੋਫਿਨੋਨ। ਓਕੇ, ਦਿਸ ਇਜ਼ ਅਗੇਨ 1 2 3 4, 4-ਮੈਥੋਕਸੀ ਐਸੀਟੋਫਿਨੋਨ। ਨੈਕਸਟ ਗੱਲ ਕਰ ਲੈਂਦੇ ਹਾਂ ਨਾਈਟ੍ਰੇਸ਼ਨ ਦੀ। ਨਾਈਟ੍ਰੇਸ਼ਨ ਦੀ ਜੇਕਰ ਅਸੀਂ ਗੱਲ ਕਰੀਏ, ਇਹਦੇ ਵਿੱਚ 2 ਜਿਹੜੇ ਨੇ ਰਿਐਕਟੈਂਟਸ ਅਸੀਂ ਐਡ ਕਰਦੇ ਹੁੰਦੇ ਹਾਂ, HNO3 ਐਂਡ H2SO4। ਇੱਥੋਂ ਕੀ ਨਿਕਲ ਕੇ ਆਏਗਾ, ਜੇਕਰ ਇਹਨੂੰ ਅਸੀਂ ਬ੍ਰੇਕ ਕਰੀਏ, ਦੈਟ ਇਜ਼ NO2 ਪੋਜ਼ਿਟਿਵ ਐਂਡ OH ਨੈਗੇਟਿਵ। ਜਿਹੜਾ ਪੋਜ਼ਿਟਿਵ ਪਾਰਟ ਹੋਏਗਾ ਇਸ ਦਾ, ਉਹ ਜਾ ਕੇ ਲੱਗੇਗਾ ਔਰਥੋ ਪੋਜੀਸ਼ਨ ਤੇ ਐਂਡ ਪੈਰਾ ਪੋਜੀਸ਼ਨ। ਤੁਸੀਂ ਦੇਖ ਸਕਦੇ ਹੋ ਔਰਥੋ ਐਂਡ ਪੈਰਾ ਪੋਜੀਸ਼ਨ ਤੇ। ਇਹਦਾ ਨਾਮ ਕੀ ਹੁੰਦਾ, ਔਰਥੋ ਨਾਈਟ੍ਰੋ ਐਨੀਸੋਲ, ਐਂਡ ਮੇਜਰ ਪ੍ਰੋਡਕਟਸ ਪੈਰਾ ਵਾਲੇ ਰਹਿਣਗੇ। ਇੱਕ ਨੋਟ ਤੁਸੀਂ ਯਾਦ ਰੱਖ ਲਓ ਕਿ ਜਿਹੜੇ ਈਥਰਸ ਹੁੰਦੇ ਨੇ ਉਹ ਘੱਟ ਰਿਐਕਟਿਵ ਹੁੰਦੇ ਨੇ ਦੈਨ ਦ ਫਿਨੋਲਸ। ਅਸੀਂ ਫਿਨੋਲਸ ਡਿਸਕਸ ਕੀਤੇ ਸੀ ਨਾ, ਕਿਹੜੀ ਰਿਐਕਸ਼ਨ ਦੀ ਤਰਫ, ਇਹ ਜਿਹੜੀਆਂ ਅਸੀਂ ਰਿਐਕਸ਼ਨਸ ਕਰ ਰਹੇ ਸੀ ਦੈਟ ਇਜ਼ ਉੱਪਰ ਕੀਤੀਆਂ ਨੇ, ਨਾਈਟ੍ਰੇਸ਼ਨ ਹੋ ਗਿਆ ਹੈ ਨਾ, ਬ੍ਰੋਮੀਨੇਸ਼ਨ ਹੋ ਗਿਆ, ਦੈਟ ਇਜ਼ ਐਲਕਾਈਲੇਸ਼ਨ, ਐਸਾਈਲੇਸ਼ਨ। ਇਹ ਸਾਰੀਆਂ ਰਿਐਕਸ਼ਨ ਜਿਹੜੀਆਂ ਨੇ ਇਲੈਕਟ੍ਰੋਫਿਲਿਕ ਸਬਸਟੀਟਿਊਸ਼ਨ ਹੁੰਦੀਆਂ ਨੇ, ਬਟ ਈਥਰਸ ਦੇ ਕੇਸ ਦੇ ਵਿੱਚ ਇਹ ਈਥਰ ਜਿਹੜੇ ਨੇ ਇੱਥੇ ਲੈਸ ਰਿਐਕਟਿਵ ਹੁੰਦੇ ਨੇ ਫਿਨੋਲਸ ਨਾਲੋਂ।
ਨੈਕਸਟ ਗੱਲ ਕਰਦੇ ਆ ਈਥਰਸ ਦੇ ਯੂਜ਼ਸ ਬਾਰੇ। ਯੂਜ਼ਸ ਮਤਲਬ ਕਿੱਥੇ ਕਿੱਥੇ ਯੂਜ਼ ਕੀਤਾ ਜਾਂਦਾ, ਕਿਵੇਂ ਕਿਵੇਂ ਨੂੰ ਯੂਜ਼ ਕੀਤਾ ਜਾਂਦਾ ਈਥਰਸ ਨੂੰ। ਈਥਰਸ ਜਿਹੜੇ ਨੇ ਇੰਡਸਟਰੀਅਲ ਸੋਲਵੈਂਟਸ ਦੀ ਤਰ੍ਹਾਂ ਵੀ ਯੂਜ਼ ਕੀਤੇ ਜਾਂਦੇ ਨੇ, ਐਨਸਥੈਟਿਕ ਦੀ ਫਾਰਮ ਦੇ ਵਿੱਚ ਵੀ ਯੂਜ਼ ਕੀਤੇ ਜਾਂਦੇ ਨੇ, ਰੈਫਰੀਜਰੈਂਟ ਦੀ ਤਰ੍ਹਾਂ ਵੀ ਯੂਜ਼ ਕੀਤੇ ਜਾਂਦੇ ਨੇ, ਐਂਡ ਇੱਕ ਐਕਸਟਰੈਕਟਿੰਗ ਸੋਲਵੈਂਟਸ ਹੁੰਦੇ ਨੇ ਲੈਬ ਤੇ ਇੰਡਸਟਰੀ ਦੇ ਵਿੱਚ, ਐਕਸਟਰੈਕਟਿੰਗ ਸੋਲਵੈਂਟ ਦੀ ਤਰ੍ਹਾਂ ਵੀ ਯੂਜ਼ ਕੀਤੇ ਜਾਂਦੇ ਨੇ, ਐਂਡ ਮੈਨੂਫੈਕਚਰ ਆਫ ਸਮੋਕਲੈਸ ਪਾਊਡਰ, ਜਿਹੜੇ ਸਮੋਕਲੈਸ ਪਾਊਡਰਸ ਹੁੰਦੇ ਨੇ ਓਕੇ, ਜਿਨ੍ਹਾਂ ਦੇ ਵਿੱਚ ਕੋਈ ਸਮੋਕ ਜਿਹੜੀ ਹੈ ਪ੍ਰੋਡਿਊਸ ਨਹੀਂ ਹੁੰਦੀ, ਤਾਂ ਉਹ ਪਾਊਡਰਸ ਹੁੰਦੇ ਨੇ, ਉੱਥੇ ਕੀ ਹੈਗਾ, ਇੱਥੇ ਪਾਊਡਰ ਆਏਗਾ ਓਕੇ, ਪਾਊਡਰ ਠੀਕ ਹੈ, ਉੱਥੇ ਵੀ ਈਥਰਸ ਨੂੰ ਯੂਜ਼ ਕੀਤਾ ਜਾਂਦਾ ਹੈ। ਐਂਡ ਪਰਫਿਊਮਰੀ ਦੇ ਵਿੱਚ ਵੀ ਇਹਨੂੰ ਯੂਜ਼ ਕੀਤਾ ਜਾਂਦਾ ਹੈ। ਨੈਕਸਟ ਗੱਲ ਕਰ ਲੈਂਦੇ ਹਾਂ ਮਾਸਟਰ ਕੈਡਰ 2016 ਦੇ ਵਿੱਚ ਜੋ ਕੁਐਸਚਨ ਪੁੱਛਿਆ ਗਿਆ ਸੀਗਾ ਅਲਕੋਹਲ ਫਿਨੋਲਸ ਦੇ ਵਿੱਚੋਂ, ਤੇ ਦੈਟ ਇਜ਼ ਦਾ ਪ੍ਰੋਡਕਟ ਆਫ ਐਸਿਡ ਕੈਟਾਲਾਈਜ਼ਡ ਹਾਈਡਰੇਸ਼ਨ ਆਫ 2 ਫਿਨਾਈਲ ਪ੍ਰੋਪੀਨ। ਇਹਦੇ ਵਿੱਚ ਪੁੱਛਿਆ ਗਿਆ ਕਿ ਅਗਰ 2 ਫਿਨਾਈਲ ਪ੍ਰੋਪੀਨ ਦੀ ਅਸੀਂ ਐਸਿਡ ਕੈਟਾਲਾਈਜ਼ਡ ਹਾਈਡਰੇਸ਼ਨ ਕਰੀਏ ਤਾਂ ਸਾਡੇ ਕੋਲ ਕੀ ਪ੍ਰੋਡਕਟ ਬਣੇਗਾ। ਦੇਖੋ ਹੁਣ ਇਹਨਾਂ ਨੇ ਕੋਈ ਰਿਐਕਸ਼ਨ ਨਹੀਂ ਦਿੱਤੀ, ਤੁਹਾਨੂੰ ਸਿੱਧਾ ਕਹਿਤਾ 2 ਫਿਨਾਈਲ ਪ੍ਰੋਪੀਨ। ਸੋ ਅਗਰ ਤੁਹਾਨੂੰ ਐਗਜ਼ਾਮ ਦੇ ਵਿੱਚ ਇਹੀ ਜਿਹੜਾ ਹੈ ਬਣਾਉਣਾ ਨਾ ਆਇਆ ਦੈਨ ਤੁਸੀਂ ਕੀ ਕਰੋਗੇ, ਠੀਕ ਹੈ ਨਾ। ਸੋ ਸਭ ਤੋਂ ਪਹਿਲਾਂ ਤੁਹਾਨੂੰ ਇਹ ਜਿਹੜੇ ਨੇ ਨੇਮਿੰਗ ਜਿਹੜੀ ਹੈ ਬਹੁਤ ਜ਼ਰੂਰੀ ਹੈ ਕਿ ਆਉਣੀ ਚਾਹੀਦੀ ਹੈ, ਇਹਦੀ ਪ੍ਰੈਕਟਿਸ ਜਿਹੜੀ ਹੈ ਤੁਸੀਂ ਬਹੁਤ ਜ਼ਿਆਦਾ ਜਿਹੜੀ ਹੈ ਕਰਨੀ ਹੈ। ਦੇਖੋ ਇਹ ਬਣਾਇਆ ਗਿਆ ਜੀ 2 ਫਿਨਾਈਲ ਪ੍ਰੋਪੀਨ, ਠੀਕ ਹੈ, ਇਹ 2 ਫਿਨਾਈਲ ਪ੍ਰੋਪੀਨ ਹੈ। ਕਿੱਦਾਂ ਪਤਾ ਲੱਗਿਆ ਵੀ ਇਹ 2 ਫਿਨਾਈਲ ਪ੍ਰੋਪੀਨ ਹੈ। ਫਸਟ ਆਫ ਆਲ ਤੇ ਪਤਾ ਲੱਗ ਰਿਹਾ ਕਿ ਬੈਂਜ਼ੀਨ ਦੇ ਉੱਪਰ ਅਸੀਂ ਪ੍ਰੋਪੀਨ ਡਰਾ ਕਰਨਾ ਹੈ ਓਕੇ। ਸੋ ਦੈਟ ਇਜ਼ ਕਿੱਦਾਂ ਇਹਦੀ ਨੇਮਿੰਗ ਕੀਤੀ ਜਾਂਦੀ ਹੈ, ਦੈਟ ਇਜ਼ 1 2 3 ਓਕੇ। ਪ੍ਰੋਪੀਨ ਕਿਹਾ ਨਾ 3 ਕਾਰਬਨਸ ਵੀ ਡਰਾ ਹੋ ਗਏ, ਈਨ ਕਿਹਾ ਡਬਲ ਬੌਂਡ ਵੀ ਡਰਾ ਹੋ ਗਿਆ। ਉਹਨੇ ਕਿਹਾ ਕਿ 2 ਦੇ ਉੱਪਰ ਹੈ 2 ਫਿਨਾਈਲ ਪ੍ਰੋਪੀਨ, ਸੋ 1 2 ਠੀਕ ਹੈ ਨਾ, 2 ਦੇ ਉੱਤੇ ਕੀ ਹੈ ਫਿਨਾਈਲ ਗਰੁੱਪ ਜਿਹੜਾ ਹੈ ਤੁਸੀਂ ਲਗਾਉਣਾ ਹੈ। ਤੇ ਉਸ ਤੋਂ ਬਾਅਦ ਉਹਨੇ ਕਿਹਾ ਕਿ ਐਸਿਡ ਕੈਟਾਲਾਈਜ਼ਡ ਮਤਲਬ ਤੁਸੀਂ ਸਲਫਿਊਰਿਕ ਲੈ ਲਓ ਜਾਂ HCl ਲੈ ਲਓ, ਠੀਕ ਹੈ ਨਾ, ਮੈਂ ਸਲਫਿਊਰਿਕ ਐਸਿਡ ਲਿਆ। ਤੇ ਇਹਦੇ ਵਿੱਚ ਕੀ ਹੁੰਦਾ ਹੈ, ਦੋ ਹੀ ਆਇਨਸ ਹੁੰਦੇ ਨੇ H ਪੋਜ਼ਿਟਿਵ ਐਂਡ HSO4 ਨੈਗੇਟਿਵ। ਹੋਇਆ ਕਿ ਮੈਨੇ ਇਹਨੂੰ ਇਹਦੇ ਵਿੱਚ ਐਡ ਕੀਤਾ ਅਕੋਰਡਿੰਗ ਟੂ ਮਾਰਕੋਨਿਵਸ ਰੂਲ, ਮੈਨੇ ਇਹਦੇ ਵਿੱਚ ਐਡ ਕੀਤਾ ਇਹਨੂੰ। H ਪੋਜ਼ਿਟਿਵ ਜਿਹੜਾ ਹੋਏਗਾ ਉਹ ਕਿਹਦੇ ਨਾਲ ਅਟੈਚ ਹੋ ਜਾਏਗਾ, ਮੈਕਸਿਮਮ ਕਾਰਬਨਸ ਨਾਲ, ਐਂਡ ਜੋ ਨੈਗੇਟਿਵ ਪਾਰਟ ਹੈਗਾ ਉਹ ਕਿਹਦੇ ਨਾਲ ਰਿਐਕਟ ਹੋ ਜਾਏਗਾ ਜਾ ਕੇ ਦੂਸਰੇ ਵਾਲੇ ਕਾਰਬਨ ਨਾਲ ਜਿਹਦੇ ਕੋਲ ਹਾਈਡਰੋਜਨਸ ਘੱਟ ਨੇ, ਠੀਕ ਹੈ। ਸੋ ਹੁੰਦਾ ਕੀ ਹੈ ਇਹਦੇ ਵਿੱਚ ਅਸੀਂ ਦੇਖੋ ਐਡ ਕਰ ਚੁੱਕੇ ਹਾਂ, ਬਟ ਉੱਥੇ ਉਹਨਾਂ ਨੇ ਕਿਹਾ ਹੈ ਨਾ ਕਿ ਪ੍ਰੋਡਕਟਸ ਦੇ ਵਿੱਚ ਦੇਖੋ ਤੁਸੀਂ ਕੀ ਹੈ ਓਲ ਵਰਡ ਯੂਜ਼ ਹੋਇਆ ਹੈ ਹਨਾ। ਓਲ ਮਤਲਬ ਅਲਕੋਹਲ, ਮੀਨਸ ਇਹ ਵਾਲੀ ਜਿਹੜਾ ਪ੍ਰੋਡਕਟ ਹੈ ਸਾਨੂੰ ਨਹੀਂ ਚਾਹੀਦਾ, ਸਾਨੂੰ OH ਚਾਹੀਦਾ ਇਹਦੀ ਜਗ੍ਹਾ ਤੇ। ਤਾਂ ਫਿਰ ਮੈਂ ਦੱਸਿਆ ਹੋਇਆ ਨਾ ਕਿੰਨੀ ਵਾਰ ਕਿ ਤੁਸੀਂ ਹਾਈਡਰੋਲਿਸਿਸ ਕਰ ਸਕਦੇ ਹੋ। ਹਾਈਡਰੋਲਿਸਿਸ ਨਾਲ ਕੀ ਹੋਏਗਾ, ਇਹ ਜੋ ਮੇਨ ਤੁਹਾਡਾ ਬਣ ਰਿਹਾ ਇੱਥੇ HSO4, ਇਹਦੇ ਨਾਲ ਇਹ ਚੀਜ਼ ਜਿਹੜੀ ਹੈ ਰਿਮੂਵ ਹੋ ਜਾਏਗੀ। ਇਹਦੀ ਹਾਈਡਰੋਲਿਸਿਸ ਕਰ ਦਿਓ ਤੇ ਇੱਥੇ ਕੀ ਬਣ ਜਾਏਗਾ ਦੇਖ ਸਕਦੇ ਹੋ ਤੁਸੀਂ, ਇਹ ਪ੍ਰੋਡਕਟ ਬਣ ਗਿਆ ਤੁਹਾਡਾ। ਸੋ ਇਹਦੀ ਨੇਮਿੰਗ ਕਿਵੇਂ ਹੋਊਗੀ, ਦੈਟ ਇਜ਼ 1 2 3 ਓਕੇ, ਦੈਟ ਇਜ਼ 1 2 3 1 2 3। ਤਾਂ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ 2 ਤੇ ਹੀ ਤੁਹਾਡਾ ਫਿਨਾਈਲ ਗਰੁੱਪ ਲੱਗਿਆ ਹੋਇਆ, ਦੂਸਰੇ ਕਾਰਬਨ ਨਾਲ ਹੀ ਤੁਹਾਡਾ ਫਿਨਾਈਲ ਲੱਗਿਆ ਹੋਇਆ, ਐਂਡ 2 ਪੋਜੀਸ਼ਨ ਤੇ ਹੀ ਤੁਹਾਡਾ ਕੀ ਲੱਗਿਆ ਹੋਇਆ ਹੈਗਾ, ਦੈਟ ਇਜ਼ ਓਲ ਗਰੁੱਪ ਲੱਗਿਆ ਹੋਇਆ, ਅਲਕੋਹਲ ਕਹਿ ਸਕਦੇ ਹੋ ਤੁਸੀਂ। ਤੇ ਹੈ ਕੀ ਹੈ ਇਹ, ਦੈਟ ਇਜ਼ ਪ੍ਰੋਪੇਨੋਲ। ਸੋ ਸਮਝ ਗਏ ਹੋਣਗੇ ਕਿ ਰਿਐਕਸ਼ਨ ਜਿਹੜੀਆਂ ਨੇ 1 ਮਾਰਕ ਉੱਥੇ ਕਿੰਨਾ ਇੰਪੋਰਟੈਂਟ ਬਣ ਜਾਂਦਾ ਹੈ। ਪਰ ਤੁਹਾਨੂੰ ਕੰਪਲੀਟ ਨੌਲੇਜ ਜਿਹੜੀ ਹੈਗੀ ਹੈ ਰਿਐਕਸ਼ਨਸ ਬਾਰੇ ਹੋਏਗੀ, ਹਾਈਡਰੋਲਿਸਿਸ ਦਾ ਕੀ ਕੰਮ ਹੈ, ਮਾਰਕੋਨਿਵ ਰੂਲ ਦਾ ਕੀ ਕੰਮ ਹੈ, ਠੀਕ ਹੈ ਨਾ। ਇਨ ਬੇਸਿਕਸ ਜਿਹੜੇ ਨੇ ਤੁਹਾਡੇ ਕਨਸੈਪਟ ਜਿਹੜੇ ਨੇ ਉਹ ਤੁਹਾਡੇ ਪੱਕੇ ਹੋਣਗੇ। ਤਾਂ ਇਹ ਕਾਮਨ ਜਿਹਾ ਹੀ ਵੈਸੇ ਕੁਐਸਚਨ ਪੁੱਛਿਆ ਹੋਇਆ ਸੀ ਇਹਨਾਂ ਨੇ, ਅਗਰ ਤੁਹਾਨੂੰ ਕੀ ਆਉਂਦਾ ਹੋਵੇ ਇਹਦਾ ਫਾਰਮੂਲਾ ਆਉਂਦਾ ਹੋਊਗਾ ਤਾਂ, ਠੀਕ ਹੈ। ਸੋ ਇਹਦਾ ਕਰੈਕਟ ਆਨਸਰ ਜਿਹੜਾ ਰਹੂਗਾ ਦੈਟ ਇਜ਼ C, ਠੀਕ ਹੈ ਜੀ। ਸੋ ਇਹਦੇ ਨਾਲ ਜੋ ਹੈ ਤੁਹਾਡਾ ਅਲਕੋਹਲ ਫਿਨੋਲ ਈਥਰਸ ਕੰਪਲੀਟ ਹੋ ਗਿਆ ਅੱਜ, ਐਂਡ ਇਹਦੇ ਜਿਹੜੇ ਤੁਸੀਂ ਕੁਐਸਚਨਸ ਨੇ ਤੁਸੀਂ ਪ੍ਰੈਕਟਿਸ ਆਪਣੀ ਬੁੱਕਸ ਦੇ ਵਿੱਚੋਂ ਕਰ ਸਕਦੇ ਹੋ। ਐਂਡ ਉਸ ਤੋਂ ਬਾਅਦ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਹੈ ਤਾਂ ਲਾਈਕ ਕਰ ਦਿਓ, ਠੀਕ ਹੈ, ਸਬਸਕ੍ਰਾਈਬ ਕਰ ਦਿਓ ਚੈਨਲ ਨੂੰ। ਅਤੇ ਜਿਹੜੀ ਵੀਡੀਓ ਹੈਗੀ ਹੈ ਅਪਲੋਡ ਹੁੰਦੀ ਰਹਿੰਦੀ ਹੈ, ਅਤੇ ਕੋਸ਼ਿਸ਼ ਤਾਂ ਮੈਂ ਇਹੀ ਕਰਦੇ ਹਾਂ ਕਿ ਰੋਜ਼ ਜਿਹੜੀ ਹੈ ਵੀਡੀਓ ਅਪਲੋਡ ਕੀਤੀ ਜਾਵੇ, ਔਰ ਹੁੰਦੀ ਵੀ ਹੈ ਮੋਸਟਲੀ ਰੋਜ਼ ਹੀ ਹੁੰਦੀ ਹੈ ਅਪਲੋਡ। ਇਨ ਕੇਸ ਜਦੋਂ ਕੋਈ ਕੰਮ ਹੋ ਜਾਂਦਾ ਤਾਂ ਫਿਰ ਨਹੀਂ ਹੁੰਦੀ, ਬਟ ਅਦਰਵਾਈਜ਼ ਰੋਜ਼ ਹੁੰਦੀ ਹੈ, ਠੀਕ ਹੈ ਜੀ। ਸੋ ਨੈਕਸਟ ਅਸੀਂ ਕੋਸ਼ਿਸ਼ ਕਰਾਂਗੇ ਚੈਪਟਰ ਮੇਰਾ ਜਿਹੜਾ 99.9% ਚਾਂਸਿਸ ਨੇ ਐਲਡੀਹਾਈਡ ਕੀਟੋਨਸ ਨੂੰ ਹੀ ਸਟਾਰਟ ਕਰਨ ਦੇ, ਬਿਕੋਜ਼ ਹੁਣ ਜਿਹੜਾ ਹੈ ਲਿੰਕ ਬਣਿਆ ਹੋਇਆ ਸੀਗਾ ਇਸ ਚੈਪਟਰ ਨਾਲ। ਤਾਂ ਉਸ ਤੋਂ ਬਾਅਦ ਕੀ ਹੈਗਾ ਅਗਰ ਗੈਪ ਪੈ ਜਾਂਦਾ ਤਾਂ ਉਸਨੂੰ ਦੁਬਾਰਾ ਜਿਹੜਾ ਹੈ ਸਟਾਰਟ ਕਰਨਾ ਔਖਾ ਹੋ ਜਾਏਗਾ, ਠੀਕ ਹੈ। ਉਹਦੇ ਵਿੱਚ ਕੁਐਸਚਨਸ ਵੀ ਵਧੀਆ ਆਏ ਹੋਏ ਨੇ, ਡਿਸਕਸ ਕਰ ਵੀ ਲਵਾਂਗੇ ਆਪਾਂ, ਅਤੇ ਥੋੜ੍ਹਾ ਸਿਲੇਬਸ ਦੇ ਅਕੋਰਡਿੰਗ ਵੀ ਚੈਪਟਰ ਥੋੜ੍ਹਾ ਜਿਹਾ ਜ਼ਿਆਦਾ ਵੀ ਹੈਗਾ, ਸੋ ਉਹਨੂੰ ਪਹਿਲਾਂ ਕਰਨ ਦੀ ਕੋਸ਼ਿਸ਼ ਕਰਦੇ ਹਾਂ।
ਠੀਕ ਹੈ ਜੀ। ਬਾਕੀ ਜਿਹੜੇ ਤੁਸੀਂ ਮੈਨੂੰ ਕਮੈਂਟਸ ਦੇ ਵਿੱਚ ਦੱਸਦੇ ਹੋ ਵੀ ਮੈਮ ਇਹ ਚੈਪਟਰ ਦੇਖੋ, ਸਾਰੇ ਚੈਪਟਰਸ ਆਪਾਂ ਕੋਸ਼ਿਸ਼ ਕਰਾਂਗੇ ਕਿ ਮੈਂ ਤੁਹਾਨੂੰ ਸਾਰੇ ਚੈਪਟਰਸ ਹੀ ਕਰਵਾਵਾਂ, ਠੀਕ ਹੈ ਨਾ। ਪੇਸ਼ੈਂਸ ਰੱਖੋ ਅਤੇ ਸਾਰੇ ਚੈਪਟਰਸ ਜਿਹੜੇ ਨੇ ਤੁਹਾਨੂੰ ਡੇ ਬਾਏ ਡੇ ਜਿਹੜੇ ਨੇ ਮੈਂ ਕੋਸ਼ਿਸ਼ ਕਰ ਹੀ ਰਹੀ ਹਾਂ ਕਿ ਹੋ ਹੀ ਜਾਣ, ਠੀਕ ਹੈ। ਸੋ ਬਸ ਬਣੇ ਰਹੋ ਅਤੇ ਵੀਡੀਓ ਨੂੰ ਪਸੰਦ ਕਰਦੇ ਰਹੋ, ਲਾਈਕ ਕਰੋ, ਠੀਕ ਹੈ। ਅਤੇ ਦੇਖੋ ਵੀਡੀਓਜ਼ ਨੂੰ ਐਂਡ ਆਪਣੇ ਨੋਟਸ ਬਣਾ ਲਓ, ਜਾਂ ਫਿਰ ਮੈਂ PDF ਜਿਹੜੇ ਨੇ ਮੇਰੇ ਟੈਲੀਗ੍ਰਾਮ ਗਰੁੱਪ ਦੇ ਵਿੱਚ ਮੈਂ ਜਿਹੜਾ ਉੱਥੇ ਅਪਲੋਡ ਕਰ ਦਿੰਦੀ ਹਾਂ, ਤੁਸੀਂ ਉਹਨੂੰ ਜੁਆਇਨ ਕਰ ਲਓ ਅਤੇ ਉੱਥੇ ਤੁਹਾਨੂੰ ਮਿਲ ਜਾਣਗੇ, ਠੀਕ ਹੈ। ਕਿਵੇਂ ਵੀ ਕਰ ਲਓ ਬਟ ਵੀਡੀਓਜ਼ ਨੂੰ ਜ਼ਰੂਰ ਦੇਖੋ, ਠੀਕ ਹੈ। ਜਿਹੜੀ ਐਕਸਪਲੇਨੇਸ਼ਨ ਉਹ ਤਾਂ ਵੀਡੀਓ ਦੇ ਵਿੱਚ ਹੀ ਹੁੰਦੀ ਹੈ, ਨੋਟਸ ਦੇ ਵਿੱਚ ਉਹ ਤੁਹਾਨੂੰ ਨਹੀਂ ਮਿਲਣੀ ਇੰਨੀ ਜ਼ਿਆਦਾ। ਸੋ ਠੀਕ ਹੈ ਜੀ, ਥੈਂਕ ਯੂ ਸਟੂਡੈਂਟ, ਥੈਂਕ ਯੂ ਅਲੋਟ।